ਰੋਜ਼ਾਨਾ ਲੋਕਨਾਥ ਟੀਵੀ ਦਾ ਖਾਸ ਪ੍ਰੋਗਰਾਮ ਲੁਕਵਾਂ ਸੱਚ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵੀਰ ਸਿੰਘ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕਿ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਲਈ ਵੱਡਾ ਐਲਾਨ ਕੀਤਾ ਗਿਆ, ਪਰ ਇਸ ਐਲਾਨ ਤੋਂ ਬਾਅਦ ਪੰਜਾਬ ਸਰਕਾਰ ਇੱਕ ਵਾਰ ਫਿਰ ਤੋਂ ਜਿਹੜੀ ਸਵਾਲਾਂ ਦੇ ਵਿੱਚ ਘਿਰਦੀ ਦਿਖਾਈ ਦੇ ਰਹੀ ਹੈ। ਕੀ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਲਈ ਐਲਾਨ ਕੀਤਾ ਗਿਆ ਤੇ ਕਿਉਂ ਪੰਜਾਬ ਸਰਕਾਰ ਦੇ ਉੱਪਰ ਹੁਣ ਸਵਾਲ ਖੜੇ ਹੋਣ ਲੱਗੇ ਨੇ, ਇਸ ਦੇ ਉੱਪਰ ਗੱਲਬਾਤ ਕਰਾਂਗੇ। ਅਤੇ ਨਾਲ ਹੀ ਗੱਲ ਕਰਾਂਗੇ ਕਿ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਪੰਜਾਬ ਸਰਕਾਰ ਦੇ ਵੱਲੋਂ ਸੀਬੀਆਈ ਦੀ ਜਾਂਚ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਉੱਪਰ ਵੀ ਜਿਹੜੀ ਗੱਲਬਾਤ ਕਰਾਂਗੇ ਤੇ तमाम ਹੋਰ ਖਬਰਾਂ ਦੇ ਉੱਪਰ ਵੀ ਜਿਹੜੀ ਵਿਸਥਾਰਪੂਰਵਕ ਚਰਚਾ ਕਰਾਂਗੇ। ਤੇ ਚਰਚਾ ਕਰੀਨੇ ਮੇਰੇ ਨਾਲ ਸਾਡੇ ਸੀਨੀਅਰ ਪੱਤਰਕਾਰ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਦਾ ਸਵਾਗਤ ਕਰਦੇ ਹਾਂ ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ 'ਚ। ਬਹੁਤ ਬਹੁਤ ਧੰਨਵਾਦ ਜੀ। ਅਣਖੀ ਸਾਹਿਬ, ਕਿਵੇਂ ਦੇਖਦੇ ਹੋ ਕਿ ਜਿਹੜਾ 26 ਜਨਵਰੀ ਦੇ ਵਿੱਚ ਕਿਸਾਨਾਂ ਦੇ ਉੱਪਰ ਪਰਚੇ ਹੋਏ ਸੀ, ਮੁਕੱਦਮੇ ਹੋਏ ਸੀ, ਉਹਨਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਬਿਆਨ ਆਉਂਦਾ ਹੈ ਕਿ ਅਸੀਂ ਉਹਨਾਂ ਦੀ ਕਾਨੂੰਨੀ ਮਦਦ ਵੀ ਕਰਾਂਗੇ ਤੇ ਨਾਲ ਦੀ ਨਾਲ ਉਹਨਾਂ ਨੂੰ ਜਿਹੜਾ ਮੁਆਵਜ਼ਾ ਵੀ ਦੇਵਾਂਗੇ। ਸੁਖਵੀਰ, ਐਕਚੁਅਲੀ ਇਹ ਪੰਜਾਬ ਸਰਕਾਰ ਦਾ ਜਿਹੜਾ ਫੈਸਲਾ ਆਇਆ, ਇਹ ਫੈਸਲਾ ਬਹੁਤ ਪਹਿਲਾਂ ਹੋਣਾ ਚਾਹੀਦਾ ਸੀ। ਪਰ ਜਿਸ ਤਰੀਕੇ ਨਾਲ ਅਕਸਰ ਅਸੀਂ ਆਪਣੇ ਪ੍ਰੋਗਰਾਮਾਂ 'ਚ ਚਰਚਾ ਕਰਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਹੁਣੀ ਕਿਸ ਤਰੀਕੇ ਦੇ ਨਾਲ ਸੁੱਤੇ ਰਹੇ ਨੇ, ਔਰ ਸੁੱਤੇ ਰਹਿਣ ਦੇ ਬਾਅਦ ਕਦੇ ਵੀ ਉਹਨਾਂ ਨੇ ਪੰਜਾਬ ਦੇ ਉਹਨਾਂ ਮਸਲਿਆਂ ਨੂੰ ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ। ਜਿਹੜੇ ਮਸਲੇ ਗੰਭੀਰਤਾ ਦੀ ਮੰਗ ਕਰਦੇ ਸਨ, ਜਾਂ ਜਿਸ ਤਰੀਕੇ ਨਾਲ ਵਿਸ਼ਵਾਸ ਜਿਹੜਾ ਲੋਕ ਉਹਨਾਂ ਉੱਤੇ ਕਰਦੇ ਸਨ। ਪਰ ਜਿਸ ਤਰੀਕੇ ਨਾਲ 26 ਜਨਵਰੀ ਨਾਲ ਸੰਬੰਧਿਤ ਕਿਸਾਨਾਂ ਦਾ ਜਿਹੜਾ ਮੁੱਦਾ, 26 ਜਨਵਰੀ ਤੋਂ ਇਲਾਵਾ ਅਸੀਂ ਗੱਲ ਕਰੀਏ, ਅਸੀਂ ਗੱਲ ਕਿਸਾਨਾਂ ਦੀ ਜਿਹੜਾ ਅੰਦੋਲਨ ਪਿਛਲੇ 7 ਮਹੀਨਿਆਂ ਤੋਂ ਚੱਲਦਾ ਪਿਆ, ਉਹਦੇ ਸੰਬੰਧੀ ਪੰਜਾਬ ਸਰਕਾਰ ਦਾ ਕਿਹੋ ਜਿਹਾ ਨਜ਼ਰੀਆ ਰਿਹਾ, ਇਹਦੇ ਸੰਬੰਧੀ ਵਿਸਥਾਰ 'ਚ ਚਰਚਾ ਅਸੀਂ ਬੜੀ ਕੀਤੀ ਹੈ ਮੈਂ ਔਰ ਸੁਖਵਿੰਦਰ ਨੇ। ਪਰ ਅੱਜ ਜਿਸ ਤਰੀਕੇ ਨਾਲ ਇੱਕ ਨਵੀਂ ਗੱਲ ਪੰਜਾਬ ਸਰਕਾਰ ਨੇ ਕੀਤੀ ਆ, ਇਹਦਾ ਪੰਜਾਬ ਸਰਕਾਰ ਦੀ ਜਿਹੜੀ ਨੀਤੀ ਆ ਜਾਂ ਨੀਅਤ ਆ ਉਹ ਸਾਹਮਣੇ ਆਉਂਦੀ ਹੈ। ਇਹ ਐਲਾਨ ਬੜੇ ਪਹਿਲਾਂ ਜਿਹੜਾ ਹੋ ਜਾਣਾ ਚਾਹੀਦਾ ਸੀ, ਪਰ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਕਦੇ ਵੀ ਇਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ। ਸਿਰਫ ਇੱਕ ਵਾਰੀ ਉਹਨਾਂ ਨੇ ਉਦੋਂ ਲਿਆ ਜਦੋਂ ਕਿਸਾਨ ਦਿੱਲੀ ਜਾ ਰਹੇ ਸੀ, ਔਰ ਮਨੋਹਰ ਲਾਲ ਖੱਟਰ ਦੀ ਸਰਕਾਰ ਨੇ ਹਰਿਆਣਾ ਵਿੱਚ ਲੰਘਦਿਆਂ ਉਹਨਾਂ ਨਾਲ ਜਿਹੜਾ ਕਿਸ ਤਰੀਕੇ ਦੇ ਉਹਨਾਂ ਨੂੰ ਨਜਿੱਠਿਆ ਜਾਂ ਕਿਸ ਤਰੀਕੇ ਦੇ ਉਹਨਾਂ ਤੇ ਤਸ਼ੱਦਦ ਕੀਤਾ, ਤਾਂ ਉਦੋਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਇੱਕ ਸਟੇਟਮੈਂਟ ਆਈ ਕਿਸਾਨਾਂ ਦੇ ਹੱਕ ਦੇ ਵਿੱਚ। ਪਰ ਉਸ ਤੋਂ ਮਗਰੋਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕਦੇ ਵੀ ਗੰਭੀਰਤਾ ਦੇ ਨਾਲ ਕੋਈ ਵੀ ਬਿਆਨ ਜਿਹੜਾ ਉਹ ਕਿਸਾਨਾਂ ਦੇ ਪ੍ਰਤੀ ਜਾਂ ਕਿਸਾਨਾਂ ਦੇ ਅੰਦੋਲਨ ਦੇ ਪ੍ਰਤੀ ਨਹੀਂ ਲਿਆ, ਨਾ ਹੀ ਕਦੀ ਦਿੱਤਾ, ਤਾਂ ਨਾ ਹੀ ਕੋਈ ਯਤਨ ਜਿਹੜਾ ਉਹ ਸਾਹਮਣੇ ਆਇਆ। ਤੇ ਜਿਸ ਕਾਰਨ ਕਿਸਾਨ ਜਥੇਬੰਦੀਆਂ ਨੇ ਵੀ ਜਿਹੜੀ ਗੱਲ ਸੀ ਉਹ ਉਹਨਾਂ ਨੇ ਕਰਨੀ ਸ਼ੁਰੂ ਕਰਤੀ। ਜਿੱਥੇ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਨੇਤਾ ਸੀ ਕਿਸਾਨਾਂ ਦੇ ਆਪਾਂ ਕਹਿ ਸਕਦੇ ਹਾਂ ਨਿਸ਼ਾਨੇ ਤੇ ਹੁੰਦੇ ਸਨ, ਕਿਸਾਨਾਂ ਦੇ ਰਡਾਰ ਤੇ ਹੁੰਦੇ ਸਨ, ਜਾਂ ਕਿਸਾਨਾਂ ਦੇ ਰੋਸ ਦਾ ਉਹ ਸ਼ਿਕਾਰ ਬਣਦੇ ਸਨ, ਤਾਂ ਕੁਝ ਬੀਤੇ ਸਮੇਂ 'ਚ ਕਾਂਗਰਸੀ ਜਿਹੜੇ ਮੰਤਰੀ ਨੇ ਉਹ ਵੀ ਕਿਸਾਨਾਂ ਦੇ ਨਿਸ਼ਾਨੇ ਤੇ ਜਾਂ ਗੁੱਸੇ ਦਾ ਸ਼ਿਕਾਰ ਜਿਹੜੇ ਉਹ ਹੋਣ ਲੱਗੇ ਸਨ। ਪਰ ਜਿਸ ਤੇ ਨਵਜੋਤ ਸਿੱਧੂ ਨੇ ਆਪਣਾ ਅਹੁਦਾ ਸੰਭਾਲਿਆ ਔਰ ਜਿਸ ਤਰੀਕੇ ਨਾਲ ਉਹਨੇ ਕਿਸਾਨਾਂ ਦੀ ਗੱਲ ਕੀਤੀ, ਉਹ ਕਿਸਾਨਾਂ ਦੀ ਗੱਲ ਕਰਦਿਆਂ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਜਿਹੜਾ ਖੂਹ ਆ ਉਹ ਪਿਆਸੇ ਕੋਲ ਜਾਏਗਾ, ਪਿਆਸਿਆਂ ਨੂੰ ਖੂਹ ਕੋਲ ਆਉਣ ਦੀ ਜ਼ਰੂਰਤ ਨਹੀਂ ਆ। ਤਾਂ ਉਸ ਤੋਂ ਮਗਰੋਂ ਜਿੱਦਣ ਫਿਰ ਬਾਅਦ 'ਚ 18 ਨੁਕਾਤੀ ਪ੍ਰੋਗਰਾਮ ਜਾਂ 5 ਨੁਕਾਤੀ ਪ੍ਰੋਗਰਾਮ ਦੇ 18 ਨੁਕਾਤੀ ਪ੍ਰੋਗਰਾਮ ਦੇ ਪ੍ਰਸੰਗ ਦੇ ਵਿੱਚ ਜਿਸ ਤਰੀਕੇ ਨਾਲ ਨਵਜੋਤ ਸਿੱਧੂ ਨੇ 5 ਮੁੱਦੇ ਦੀ ਜਿਹੜੀ ਲਿਸਟ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ ਫੜਾਈ, ਤਾਂ ਉਸ ਮਗਰੋਂ ਕੈਪਟਨ ਸਰਕਾਰ ਜਿਹੜੀ ਆ ਉਹ ਹਰਕਤ ਵਿੱਚ ਆਈ। ਤਾਂ ਉਸ ਹਰਕਤ ਵਿੱਚ ਜਿਹੜਾ ਆਉਂਦਾ ਹੀ ਅਸੀਂ ਕਹਿ ਸਕਦੇ ਹਾਂ ਕਿ ਕੈਪਟਨ ਸਰਕਾਰ ਵੱਲੋਂ ਇਹ ਗੱਲ ਜਿਹੜੀ ਕੀਤੀ ਗਈ ਆ ਕਿ ਜਿਹੜੇ 26 ਜਨਵਰੀ ਨਾਲ ਸੰਬੰਧਿਤ ਕਿਸਾਨਾਂ ਦੇ ਜਿਹੜੇ ਕੇਸ ਦਰਜ ਹੋਏ ਸੀ, ਉਹਨਾਂ ਕੇਸਾਂ ਨੂੰ ਪੰਜਾਬ ਸਰਕਾਰ ਜਿਹੜੀ ਆਪਣੇ ਪੱਧਰ ਤੇ ਲੜੇਗੀ ਜਾਂ ਆਪਣੇ ਪੱਧਰ ਤੇ ਹੱਲ ਕਰੇਗੀ। ਪਰ ਇਹਦੇ ਵਿੱਚ ਤਾਂ ਇੱਕ ਹਾਸੋਹੀਣੀ ਜਿਹੜੀ ਗੱਲ ਸੁਖਵੀਰ ਇਹ ਆ ਕਿ ਹੁਣ ਤਾਂ ਇਸ ਮੁੱਦੇ ਨੂੰ ਬੜੀ ਦੇਰ ਹੋ ਚੁੱਕੀ ਆ। ਕਿਸਾਨਾਂ ਦੇ ਜਿਹੜੇ ਕੇਸ ਬਣੇ, ਕਿਸਾਨ ਘਰ ਨੂੰ ਵੀ ਆ ਚੁੱਕੇ ਆ। ਬੇਸ਼ੱਕ ਜਿਸ ਤਰੀਕੇ ਨਾਲ ਮਰਜ਼ੀ ਹੋਵੇ, ਉਸ ਸਮੇਂ ਮਨਜਿੰਦਰ ਸਿੰਘ ਸਰਸਾ ਜਿਹੜਾ ਅਕਾਲੀ ਦਲ ਦਾ ਨੇਤਾ, ਉਹਨੇ ਵੀ ਕਾਫੀ ਸਹਾਇਤਾ, ਦੇਖੋ ਜਿਸ ਬੰਦੇ ਨੇ ਸਹਾਇਤਾ ਕੀਤੀ ਆ ਉਸ ਦਾ ਜ਼ਿਕਰ ਕਰਨਾ ਜ਼ਰੂਰ ਬਣਦਾ। ਤਾਂ ਉਸ ਵਕਤ ਸਰਸਾ ਵੱਲੋਂ ਵੀ ਉਹਨਾਂ ਕਿਸਾਨ ਨੇਤਾਵਾਂ ਦੇ ਜਾਂ ਉਹ ਬੱਚੇ ਜਾਂ ਉਹ ਲੋਕ ਜਿਹੜੇ ਬਿਨਾਂ ਗੱਲ ਤੋਂ ਉੱਥੇ ਦਿੱਲੀ ਪੁਲਿਸ ਦਾ ਸ਼ਿਕਾਰ ਹੋਏ ਜਾਂ ਜਿਹਨਾਂ ਉੱਤੇ ਕੇਸ ਬਣੇ, ਤਾਂ ਉਸ ਵੇਲੇ ਸਰਸਾ ਵੱਲੋਂ ਜਿਹੜੀ ਮਦਦ ਉਹ ਕੀਤੀ ਗਈ। ਪਰ ਕੈਪਟਨ ਸਰਕਾਰ ਵੱਲੋਂ ਹੁਣ ਜਦੋਂ ਮੇਲਾ ਸਭ ਕੁਝ ਕੰਮ ਖਤਮ ਹੋ ਗਿਆ, ਉਸ ਪਿੱਛੋਂ ਜਾਗਣਾ, ਇਹ ਕੈਪਟਨ ਸਰਕਾਰ ਦੀ ਜਿਹੜੀ ਨੀਤੀ ਹੈ ਇਹ ਸਮਝ ਨਹੀਂ ਆਉਂਦੀ ਕਿ ਕੈਪਟਨ ਸਰਕਾਰ ਇਹਨਾਂ 'ਚ ਸੁੱਤੀ ਕਿਉਂ ਰਹੀ। ਫਿਰ ਤੇ ਜੇਕਰ ਹੁਣ ਉਹਨਾਂ ਦੇ ਬਿਆਨ ਆਏ ਨੇ ਕਿ ਅਸੀਂ ਇਹਦੇ ਸੰਬੰਧੀ ਇਹੋ ਜਿਹੀ ਗੱਲ ਕਰਾਂਗੇ, ਉਹਨਾਂ ਕਿਸਾਨਾਂ ਦੇ ਹੱਕਾਂ 'ਚ ਕੇਸ ਲੜਾਂਗੇ ਜਾਂ ਉਹਨਾਂ ਦੀ ਪੈਰਵੀ ਕਰਾਂਗੇ, ਤਾਂ ਇਹ ਪੈਰਵੀ ਕਰਨ ਦੀ ਪਹਿਲਾਂ ਲੋੜ ਸੀ। ਹੁਣ ਉਹ ਮੇਲਾ ਜਿਹੜਾ ਨਾ ਉਹ ਖਤਮ ਹੋ ਚੁੱਕਾ। ਮੇਲਾ ਨਹੀਂ ਕਹਿਣਾ ਚਾਹੀਦਾ, ਕਿਸਾਨਾਂ ਦਾ ਜਿਹੜਾ ਰੋਹ ਆ, ਕਿਸਾਨਾਂ ਦਾ ਜਿਹੜਾ ਤਸ਼ੱਦਦ ਉਹਨਾਂ ਉੱਤੇ ਜਿਹੜਾ ਤਸ਼ੱਦਦ ਹੋਇਆ, ਉਹ ਉਸ ਵਕਤ ਉਹਨਾਂ ਦੀ ਪੀੜ ਤੇ ਮਲਮ ਲਾਉਣ ਦੀ ਉਸ ਸਮੇਂ ਜ਼ਰੂਰਤ ਸੀ ਜਦੋਂ ਕੈਪਟਨ ਸਾਹਿਬ ਆਪਣੇ ਮਹਿਲਾਂ ਦੇ ਵਿੱਚ ਸੁੱਤੇ ਸੀ। ਤਾਂ ਉਹ ਗੱਲ ਉਸ ਦਿਨ ਹੋਣੀ ਚਾਹੀਦੀ ਸੀ। ਹੁਣ
ਇਹ ਠੀਕ ਹੈ ਕਿ ਕੈਪਟਨ ਨਵਜੋਤ ਸਿੱਧੂ ਵੱਲੋਂ ਚਿੱਠੀ ਜਿਹੜੀ ਲਿਖ ਕੇ ਦਿੱਤੀ ਗਈ ਆ, ਤਾਂ ਕੈਪਟਨ ਅਮਰਿੰਦਰ ਸਿੰਘ ਹੋਣਾ ਵੱਲੋਂ ਹੁਣ ਇਹੋ ਹੀ ਨਹੀਂ ਪਤਾ ਲੱਗ ਰਿਹਾ ਕਿ ਉਹ ਕਰਨ ਕੀ ਕਿਸਾਨਾਂ ਦੇ ਮੁੱਦੇ, ਕਿਉਂਕਿ ਅੱਜ ਤੱਕ ਜੇਕਰ ਕਾਂਗਰਸ ਸਰਕਾਰ ਦਾ ਕੋਈ ਵੀ ਮੰਤਰੀ, ਕੋਈ ਵੀ ਵਿਧਾਇਕ, ਕੋਈ ਵੀ ਜਥੇਬੰਦਕ ਸੰਗਠਨ ਦਾ ਕੋਈ ਅਹਿਮ ਅਹੁਦੇਦਾਰ ਕਿਸਾਨਾਂ ਦੇ ਧਰਨੇ ਵਿੱਚ ਪਹੁੰਚਿਆ ਹੁੰਦਾ, ਬੇਸ਼ੱਕ ਕਿਸਾਨਾਂ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਅਸੀਂ ਕਿਸੇ ਨੂੰ ਸਪੇਸ ਸਾਂਝੀ ਨਹੀਂ ਕਰਨ ਦੇਣੀ, ਪਰ ਫਿਰ ਵੀ ਇਸ ਦੇ ਬਾਵਜੂਦ ਜਿਹੜੇ ਇਹ ਕਾਂਗਰਸੀ ਲੀਡਰ ਸੀ, ਨੇਤਾ ਸੀ, ਮੁੱਖ ਮੰਤਰੀ ਸੀ, ਕਿਸੇ ਨਾ ਕਿਸੇ ਸੂਰਤ ਵਿੱਚ ਕੋਈ ਆਪਣਾ ਏਜੀ ਪਾ ਕੇ ਕੋਈ ਕਿਸੇ ਤਰੀਕੇ ਦੀ ਗੱਲਬਾਤ ਕਿਸਾਨਾਂ ਦੇ ਨਾਲ ਕੀਤੀ ਜਾ ਸਕਦੀ ਸੀ, ਤਾਂ ਜੋ ਦਿੱਲੀ ਬਾਰਡਰਾਂ ਤੇ ਬੈਠੇ ਜਿਹੜੇ ਕਿਸਾਨ ਨੇ ਕਦੇ ਵੀ ਆਪਣੇ ਆਪ ਨੂੰ ਬੇਆਸਰਾ ਜਾਂ ਬੇਸਹਾਰਾ ਮਹਿਸੂਸ ਨਾ ਕਰਦੇ ਕਿ ਉਹਨਾਂ ਦੀ ਕੋਈ ਸਾਰ ਲੈਣ ਵਾਲਾ ਨਹੀਂ ਹੈ। ਜਦੋਂ ਕਿਸਾਨਾਂ ਦੇ ਉੱਤੇ 26 ਜਨਵਰੀ ਨੂੰ ਕਈ ਵਾਰੀ ਕਈ ਕੁਝ ਹੋਇਆ, ਕਈ ਗ੍ਰਿਫਤਾਰੀਆਂ ਪੰਜਾਬ 'ਚ ਹੋਈਆਂ ਕਿਸਾਨਾਂ ਨੂੰ, ਕੋਈ ਖਾਲਿਸਤਾਨੀ ਕਹਿ ਰਿਹਾ, ਕੋਈ ਵੱਖਵਾਦੀ ਕਹਿ ਰਿਹਾ, ਕੋਈ ਅੱਤਵਾਦੀ ਕਹਿ ਰਿਹਾ, ਪਰ ਕਿਸੇ ਵੀ ਕਾਂਗਰਸੀ ਨੇਤਾ ਨੇ ਕੋਈ ਵੀ ਬਿਆਨ ਜਿਹੜਾ ਖਾਸ ਤੌਰ ਤੇ ਸਰਕਾਰੀ ਪੱਧਰ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਨਹੀਂ ਆਇਆ, ਜਦੋਂ ਕਿ ਉਹ ਜਿੰਨੇ ਵੀ ਕਿਸਾਨ ਜਿਹੜੇ ਪੰਜਾਬ ਦੇ ਬੈਠੇ ਨੇ ਉੱਥੇ ਪੰਜਾਬ ਨਾਲ ਸੰਬੰਧਿਤ ਨੇ, ਤਾਂ ਪੰਜਾਬ ਸਰਕਾਰ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਦੇ ਹੱਕਾਂ ਔਰ ਹਿੱਤਾਂ ਦੀ ਰਾਖੀ ਕਰਨਾ, ਪਰ ਪੰਜਾਬ ਸਰਕਾਰ ਉਦੋਂ ਅਸਫਲ ਰਹੀ, ਪੰਜਾਬ ਸਰਕਾਰ ਫੇਲ ਰਹੀ। ਤਾਂ ਹੁਣ ਜਦੋਂ ਪੰਜਾਬ ਕਾਂਗਰਸ ਦੇ ਵਿੱਚ ਜਿਸ ਦਿਨ ਨਵਜੋਤ ਸਿੱਧੂ ਨੇ ਪ੍ਰਧਾਨਗੀ ਪਦ ਸੰਭਾਲਿਆ ਤਾਂ ਇੱਕ ਸਿੱਧੂ ਯੁੱਗ ਦੀ ਸ਼ੁਰੂਆਤ ਹੁੰਦੀ ਹੈ, ਤਾਂ ਉਸ ਮਗਰੋਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਯਾਦ ਆਇਆ ਕਿ ਹਾਂ ਭਾਈ ਕੁਝ ਸਾਡੇ ਇਹਨਾਂ ਕਿਸਾਨਾਂ ਦੇ ਪ੍ਰਤੀ ਕੋਈ ਫਰਜ਼ ਨੇ, ਤਾਂ ਉਹਨਾਂ ਫਰਜ਼ਾਂ ਦੇ ਪ੍ਰਤੀ ਜਿਹੜਾ ਅੱਜ ਦਾ ਬਿਆਨ ਆ ਕੇਵਲ ਮੈਂ ਤਾਂ ਇਸ ਨੂੰ ਕੇਵਲ ਗੁੰਗਲੋਂ ਤੋਂ ਮਿੱਟੀ ਝਾੜਨ ਦੇ ਰੂਪ ਦੇ ਵਿੱਚ ਹੀ ਵੇਖਦਾ, ਕਿਉਂਕਿ ਚਾਹੀਦਾ ਤਾਂ ਇਹ ਸੀ ਕਿ ਜਿਸ ਦਿਨ ਉਹ ਕਿਸਾਨ ਉਦੋਂ ਦਿੱਲੀ ਪੁਲਿਸ ਦੇ ਰੌਹ ਦਾ ਸ਼ਿਕਾਰ ਹੋ ਸਨ, ਕੇਂਦਰ ਸਰਕਾਰ ਦੀਆਂ ਡਾਂਗਾਂ ਜਿਹੜੀਆਂ ਪੈ ਰਹੀਆਂ ਸਨ ਔਰ ਕਈ ਕੁਝ ਉਹਨਾਂ ਤੇ ਹੋਇਆ, ਤਾਂ ਉਸ ਵਕਤ ਚਾਹੀਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕੋਈ ਨਾ ਕੋਈ ਸਰਗਰਮ ਆਪਣਾ ਐਕਟਿਵ ਰੋਲ ਨਿਭਾਉਂਦੀ ਜਾਂ ਸਰਕਾਰ ਭੂਮਿਕਾ ਨਿਭਾਉਂਦੀ, ਪਰ ਉਹ ਮੌਕਾ ਜਿਹੜਾ ਖੰਜਾ ਦਿੱਤਾ। ਹੁਣ ਦੇਖੋ ਕਿਸਾਨ ਜਥੇਬੰਦੀਆਂ ਬਹੁਤ ਸਿਆਣੀਆਂ ਨੇ, ਉਹ ਨਾ ਤਾਂ ਕਿਸੇ ਦੀ ਸਹਾਇਤਾ ਲੈਣ ਨੂੰ ਤਿਆਰ ਨੇ। ਹੁਣ ਇੰਨੇ ਚਿਰ ਦਾ ਉੱਥੇ 7 ਮਹੀਨੇ ਹੋ ਚਲੇ ਨੇ, 7 ਮਹੀਨਿਆਂ ਤੋਂ ਕਿਸੇ ਵੀ ਸਰਕਾਰ ਨੇ ਉਹਨਾਂ ਦੀ ਸਾਰ ਨਹੀਂ ਲਈ, ਚਾਹੇ ਕੈਪਟਨ ਸਰਕਾਰ ਹੈ, ਚਾਹੇ ਕੇਂਦਰ ਸਰਕਾਰ ਹੈ, ਚਾਹੇ ਹਰਿਆਣਾ ਸਰਕਾਰ ਹੈ, ਉਸ ਹਮਾਮ 'ਚ ਸਾਰੇ ਲੱਗੇ ਨੇ। ਪਰ ਹਾਂ, ਜੇਕਰ ਉਹਨਾਂ ਦੇ ਹੱਕ ਦੇ ਵਿੱਚ ਕਿਸੇ ਨੇ ਹਾਂ ਦਾ ਨਾਰਾ ਮਾਰਿਆ ਤਾਂ ਉਸ ਦਿਨ ਨਵਜੋਤ ਸਿੱਧੂ ਨੇ ਉਧਰ ਮਾਰਿਆ, ਤਾਂ ਉਸ ਹਾਂ ਦੇ ਨਾਰੇ ਦਾ ਸਵਾਗਤ ਕਰਨਾ ਸਾਡਾ ਫਰਜ਼ ਬਣਦਾ। ਔਰ ਦੂਜੇ ਪਾਸੇ ਇਹ ਵੀ ਗੱਲ ਵੇਖਣ ਵਾਲੀ ਬਣਦੀ ਕਿ ਨਵਜੋਤ ਸਿੰਘ ਸਿੱਧੂ ਦੀ ਹੁਣ ਇਸ ਸੰਦਰਭ ਦੇ ਵਿੱਚ ਕੀ ਭੂਮਿਕਾ ਜਿਹੜੀ ਹੈ ਉਹ ਵੇਖਣ ਨੂੰ ਮਿਲਦੀ ਹੈ। ਬੇਸ਼ੱਕ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ, ਪਰ ਜਿਸ ਤਰੀਕੇ ਨਾਲ ਉਹਨਾਂ ਨੇ ਇੱਕ ਦਬਾਅ ਦੀ ਨੀਤੀ ਜਿਹੜੀ ਹੈ ਕੈਪਟਨ ਅਮਰਿੰਦਰ ਸਿੰਘ ਹੋਣਾ ਤੇ ਪਾਈ ਹੈ, ਜਾਂ ਜਿਸ ਨੀਤੀ ਦੇ ਚੱਲਦੇ ਪਏ ਨੇ ਔਰ ਲੋਕ ਮੁੱਦਿਆਂ ਨੂੰ ਹੱਲ ਕਰਾਉਣ ਦਾ ਯਤਨ ਜਿਹੜਾ ਕਰਵਾ ਰਹੇ ਨੇ, ਤਾਂ ਉਸ ਦੀ ਸ਼ਲਾਘਾ ਜਿਹੜੀ ਉਹ ਕਰਨੀ ਬਣਦੀ ਹੈ। ਦੂਜੇ ਪਾਸੇ ਸਰਕਾਰ ਦੀ ਨੀਤੀ ਵੀ ਸਮਝ ਆਉਂਦੀ ਕਿ ਸਰਕਾਰ ਦੀ ਨੀਤੀ ਵੀ ਸਾਫ਼ ਹੋਣੀ ਚਾਹੀਦੀ ਹੈ ਕਿ ਉਹ ਕਿਸ ਤਰੀਕੇ ਦੇ ਨਾਲ ਉਹਦੇ ਮੁੱਦਿਆਂ ਨੂੰ, ਲੋਕ ਮੁੱਦਿਆਂ ਨੂੰ ਲੈ ਕੇ ਚੱਲਦੇ ਤੇ ਲੋਕ ਮੁੱਦਿਆਂ ਨੂੰ ਹੱਲ ਕਰਦੇ ਨੇ। ਖੈਰ, ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਇਹ ਜਿਹੜਾ ਬਿਆਨ ਆ ਇਹ ਬਹੁਤ ਸਮੇਂ ਤੋਂ ਬਾਅਦ ਆਇਆ, ਜਦੋਂ ਕਿ ਇਸ ਦੀ ਲੋੜ ਜਿਹੜੀ ਬਹੁਤ ਪਹਿਲਾਂ ਸੀ, ਇਹ ਪਹਿਲਾਂ ਹੋਣਾ ਚਾਹੀਦਾ ਸੀ, ਤਾਂ ਜੋ ਜਿਹੜੇ ਉੱਥੇ ਬੈਠੇ ਕਿਸਾਨ ਨੇ ਉਹਨਾਂ ਨੂੰ ਕੋਈ ਆਸ ਹੁੰਦੀ ਕਿ ਸਾਡੇ ਮਗਰ ਕੋਈ ਉਹਨਾਂ ਦੀ ਕੋਈ ਗੱਲ ਕਰਨ ਵਾਲਾ ਹੈਗਾ। ਪਰ ਹੁਣ ਤਾਂ ਉਹ ਸਾਰੀਆਂ ਗੱਲਾਂ ਖਤਮ ਹੋ ਚੁੱਕੀਆਂ, ਉਹ ਦੌਰ ਲੰਘ ਚੁੱਕਾ। ਮੇਰਾ ਨਹੀਂ ਖਿਆਲ ਕਿ ਕੋਈ ਵੀ ਕਿਸਾਨ ਜਾਂ ਹੁਣ ਕੋਈ ਏਦਾਂ ਦੇ ਹੁਣ ਜਿਹੜੇ ਅੰਦਰ ਹੋਣ ਜਾਂ ਜੇਲ੍ਹਾਂ ਦੇ ਵਿੱਚ ਬੰਦ ਹੋਣ, ਕਿਉਂਕਿ ਉਹ ਬਹੁਤ ਕਿਸਾਨ ਜਥੇਬੰਦੀਆਂ ਨੇ ਆਪਣੇ ਯਤਨਾਂ ਸਰਕਾਰ, ਕਿਉਂਕਿ ਹੁਣ ਉਹ ਸੰਘਰਸ਼ ਕੇਵਲ ਪੰਜਾਬ ਦਾ ਸੰਘਰਸ਼ ਨਹੀਂ ਸੀ, ਉੱਥੇ ਰਕੇਸ਼ ਟਕੈਤ ਹੋਣੀ ਵੀ ਸੀ, ਯੂਪੀ ਤੋਂ, ਹਰਿਆਣੇ ਤੋਂ, ਰਾਜਸਥਾਨ ਤੋਂ ਕਿਸਾਨ ਜਿਹੜੇ ਸਾਰੇ ਮੌਜੂਦ ਸੀ। ਤਾਂ ਇੱਕ ਕਿਸਮ ਦਾ ਜਿਹੜਾ ਅੰਦੋਲਨ ਸੀ ਬਲਬੀਰ ਸਿੰਘ ਰਾਜੇਵਾਲ ਦਾ ਨਹੀਂ ਰਿਹਾ, ਜਾਂ ਜਿਵੇਂ ਦੂਸਰੇ ਬੰਦਿਆਂ ਦਾ ਜਿਹੜਾ ਇਹ ਅੰਦੋਲਨ ਇਹ ਸਮੁੱਚਾ ਅੰਦੋਲਨ ਪੰਜਾਬ ਦੇ ਕਿਸਾਨਾਂ ਦਾ ਬਣ ਗਿਆ। ਤਾਂ ਸਾਰੇ ਕਿਸਾਨਾਂ ਨੇ ਫਿਰ ਇੱਕ ਜਥੇਬੰਦਕ ਹੋ ਕੇ ਜਿਸ ਤਰੀਕੇ ਨਾਲ ਉੱਥੇ ਉਹਨਾਂ ਬੰਦਿਆਂ ਦੇ ਪ੍ਰਤੀ ਆਪਣਾ ਰੋਲ ਨਿਭਾਇਆ, ਉਹਦੀ ਸ਼ਲਾਘਾ ਕਰਨੀ ਜ਼ਰੂਰ ਬਣਦੀ ਹੈ। ਸਰਕਾਰ ਦੇ ਕੇਵਲ ਇਹ ਜਿਹੜੇ ਵਾਅਦੇ ਨੇ, ਇਹ ਵਾਅਦੇ ਮਤਲਬ ਕਦੇ ਵਫਾ ਨਹੀਂ ਹੋਣੇ, ਹੁਣ ਤਾਂ ਖਤਮ ਹੋ ਚੁੱਕਾ ਕੰਮ, ਉਹ ਖਤਮ ਹੋ ਚੁੱਕਾ। ਹਾਂ, ਹੁਣ ਇਹਨਾਂ ਵਾਅਦਿਆਂ ਨੂੰ ਮਜ਼ਾ ਤਾਂ ਇਸ ਗੱਲ ਦਾ ਹੀ ਸਵਾਗਤ ਇਸ ਗੱਲ ਦਾ ਕਰਨਾ ਬਣਦਾ ਕਿ ਕੈਪਟਨ ਅਮਰਿੰਦਰ ਸਿੰਘ ਆਪ ਜਾ ਕੇ ਕਿਸਾਨਾਂ ਦੀਆਂ ਹੱਕੀ ਮੰਗਾਂ ਦੇ ਜਿਹੜੇ 3 ਕਾਲੇ ਕਾਨੂੰਨ ਨੇ ਰੱਦ ਕਰਾਉਣ ਵਾਸਤੇ ਕੇਂਦਰ ਸਰਕਾਰ ਨੂੰ ਕੋਈ ਬਿਆਨ ਲਿਖਦੇ ਹੋਰ ਨਹੀਂ ਹੈਗਾ, ਤਾਂ ਪੰਜਾਬ ਦੇ ਵਿੱਚ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਹੀ ਉਹਨਾਂ ਨੂੰ ਰੱਦ ਕੀਤਾ ਜਾ ਸਕਦਾ, ਜੋ ਅਸਲ 'ਚ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਚਾਹੀਦਾ। ਪਰ ਹਾਂ, ਜਿਸ ਤਰੀਕੇ ਨਾਲ ਪਹਿਲਾਂ ਸਵਾਲ ਕੀਤਾ, ਤੁਹਾਡੀ ਨੀਅਤ ਸਾਫ਼ ਹੋਣੀ ਚਾਹੀਦੀ ਹੈ। ਤੁਹਾਡੀ ਨੀਅਤ ਜੇਕਰ ਇਸ ਪ੍ਰਤੀ ਸੰਜੀਦਾ ਨਹੀਂ ਹੈਗੀ, ਤਾਂ ਫਿਰ ਜਿਹੋ ਜਿਹੇ ਜਿੰਨੇ ਮਰਜ਼ੀ ਤੁਸੀਂ ਵਾਅਦੇ ਜਾਂ ਲਾਰੇ ਕਰ ਲਓ, ਲੋਕ ਜਿਹੜੇ ਨੇ ਕੈਪਟਨ ਸਾਹਿਬ ਹੁਣ ਇਹਦੇ ਨਿਆਣੇ ਨਹੀਂ ਰਹਿ ਗਏ, ਲੋਕ ਇਸ ਨੂੰ ਗੱਲ ਨੂੰ ਸਮਝਦਾਰ ਨੇ। ਠੀਕ ਹੈ, ਤੁਸੀਂ ਇੱਕ ਬਿਆਨ ਜਿਹੜਾ ਅੱਜ ਦਾਖਿਆ ਮੀਡੀਆ ਦੀ ਪੱਧਰ ਤੇ ਉਸਦਾ ਜਤਨ ਸਵਾਗਤ ਕਰਨਾ ਬਣਦਾ, ਪਰ ਹਾਂ ਇਹ ਗੱਲ ਹੁਣ ਕੇਵਲ ਫੋਕੇ ਬਿਆਨਾਂ ਨਾਲ ਗੱਲ ਨਹੀਂ ਹੋਣੀ ਚਾਹੀਦੀ। ਹੁਣ ਉਹਨਾਂ ਕਿਸਾਨਾਂ ਦੀ ਗੱਲ ਜ਼ਰੂਰ ਹੋਣੀ ਚਾਹੀਦੀ ਜਿਹੜੇ 7 ਮਹੀਨਿਆਂ ਤੋਂ ਜਿਨ੍ਹਾਂ ਨੇ ਪਰ ਸਰਦੀਆਂ ਵੀ ਗੁਜ਼ਾਰੀਆਂ, ਪਰ ਗਰਮੀਆਂ ਵੀ ਗੁਜ਼ਾਰੀਆਂ, ਤੇ ਇਸ ਵੇਲੇ ਬਰਸਾਤੀ ਮੌਸਮਾਂ ਦੇ ਵਿੱਚ ਵੀ ਉਹ ਵਿਚਾਰੇ
ਬਾਰਡਰਾਂ ਤੇ ਡਟੇ ਨੇ, ਆਪਣੇ ਹੱਕ ਔਰ ਸੱਚ ਦੀ ਲੜਾਈ ਲੜਦੇ ਪਏ ਨੇ, ਉਹਨਾਂ ਦੀ ਸਾਥ ਲੈਣ ਵਾਲਾ ਕੋਈ ਨਹੀਂ। ਤਾਂ ਕੈਪਟਨ ਸਾਹਿਬ ਇਹੋ ਜਿਹੇ ਬਿਆਨ ਦੇਣ ਦੀ ਬਜਾਏ ਉਹਨਾਂ ਕਿਸਾਨਾਂ ਦੀ ਗੱਲ ਜਿਹੜੀ ਆ ਉਹਨਾਂ ਹਿੱਤ ਜਿਹੜੀ ਹੋਣੀ ਚਾਹੀਦੀ ਹੈ। ਹਾਂ ਸੁਖਵੀਰ ਜੀ ਅੰਕਿਤ ਸਾਹਿਬ, ਕਿਵੇਂ ਦੇਖਦੇ ਹੋ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜਾ ਕਿਸਾਨਾਂ ਦੇ ਨਾਂ ਤੇ ਇੱਕ ਤਰ੍ਹਾਂ ਦੀ ਸਿਆਸਤ ਕੀਤੀ ਜਾ ਰਹੀ ਹੈ, ਭਾਵੇਂ ਕਾਂਗਰਸ ਹੋਵੇ, ਸ਼੍ਰੋਮਣੀ ਅਕਾਲੀ ਦਲ ਹੋਵੇ, ਕੀ ਲੱਗਦਾ ਇਹਨਾਂ ਨੂੰ ਵੋਟਾਂ ਦੇ ਨੇੜੇ ਹੀ ਕਿਉਂ ਕਿਸਾਨਾਂ ਦੀ ਯਾਦ ਹੈ? ਭਾਵੇਂ ਜਿਹੜੇ ਅਕਾਲੀ ਦਲ ਨੇ, ਅਕਾਲੀ ਦਲ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਜੇਕਰ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਸ਼ਹੀਦ ਕਿਸਾਨਾਂ ਨੂੰ ਸਰਕਾਰੀ ਨੌਕਰੀਆਂ ਤੱਕ ਦੇਵਾਂਗੇ, ਭਾਵੇਂ ਪੰਜਾਬ ਸਰਕਾਰ ਦਾ ਅੱਜ ਦਾ ਬਿਆਨ ਹੋਵੇ ਕਿ ਅਸੀਂ ਉਹਨਾਂ ਦੀ ਕਾਨੂੰਨੀ ਮਦਦ ਕਰਾਂਗੇ। ਇਹਨਾਂ ਨੂੰ ਕਿਸਾਨਾਂ ਦੀ ਯਾਦ ਜਿਹੜੀ ਆ ਵੋਟਾਂ ਦੇ ਨੇੜੇ ਹੀ ਕਿਉਂ ਯਾਦ ਆਈ? ਇਹ ਤਾਂ ਸੁਖਵੀਰ ਕੁਦਰਤੀ ਗੱਲ ਹੈਗੀ ਹੈ। ਜਦੋਂ ਉਸ ਤੋਂ ਪਹਿਲਾਂ ਤਾਂ ਇਹ ਜਿਹੜੇ ਪੰਜਾਬ ਦੇ ਲੋਕ ਨੇ, ਤੁਸੀਂ ਕਿਸਾਨਾਂ ਦੀ ਗੱਲ ਛੱਡੋ, ਪੰਜਾਬ ਦੇ ਲੋਕ ਉਹਨਾਂ ਵਾਸਤੇ ਕੇਵਲ ਵੋਟਾਂ ਨਹੀਂ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ, ਚਾਹੇ ਕਾਂਗਰਸ ਹੋਵੇ, ਭਾਰਤੀ ਜਨਤਾ ਪਾਰਟੀ ਹੋਵੇ, ਆਮ ਆਦਮੀ ਪਾਰਟੀ, ਕਿਸੇ ਪਾਰਟੀ ਬਸਪਾ ਹੋਵੇ, ਉਹਨਾਂ ਵਾਸਤੇ ਇਹ ਲੋਕ ਜਿੰਦਾ ਲੋਕ ਨਹੀਂ ਹੈ। ਉਹਨਾਂ ਵਾਸਤੇ ਕੇਵਲ ਇਹ ਉਹ ਲੋਕ ਨਹੀਂ ਜਿਨ੍ਹਾਂ ਦੀਆਂ ਕੇਵਲ ਵੋਟਾਂ ਆਉਂਦੀਆਂ ਨੇ, ਇਹ ਜਿੰਦੀਆਂ ਲਾਸ਼ਾਂ ਨਹੀਂ ਬਸ। ਪਰ ਜਿਹੜੀਆਂ ਕੋਈ ਵੀ ਰਾਜਨੀਤਿਕ ਪਾਰਟੀ ਜਿਨ੍ਹਾਂ ਦੀ ਕਦੀ 4.5 ਸਾਲ ਦੌਰਾਨ ਕਦੇ ਵੀ ਕੋਈ ਸਾਰ ਜਿਹੜੀ ਨਹੀਂ ਲੈਂਦਾ, ਮਰਦੇ ਨੇ ਲੋਕ ਮਰਨ, ਉਹਨਾਂ ਦੀ ਹੱਕੀ ਮੰਗਾ ਕੀ ਕਰਦੇ ਆ ਮਰਨ, ਕੋਈ ਪ੍ਰਵਾਹ ਨਹੀਂ ਹੈ ਕਿਸੇ ਵੀ ਪਾਰਟੀ ਨੂੰ ਜਿੰਨਾ ਚਿਰ 4.5 ਸਾਲ ਜਾਂ 4 ਸਾਲ ਉਹਨਾਂ ਦਾ ਰਾਜ ਦਾ ਸਮਾਂ ਦਾ। ਹਾਂ, ਜਦੋਂ ਫਿਰ ਅਖੀਰਲਾ ਸਮਾਂ 5-6 ਮਹੀਨੇ ਯਾਦ ਰਹਿ ਜਾਂਦੇ ਨੇ, ਫਿਰ ਉਹਨਾਂ ਨੂੰ ਲੋਕ ਯਾਦ ਆਉਂਦੇ ਨੇ। ਫਿਰ ਇਹ ਲੋਕ ਜਿਹੜੇ ਨੇ, ਕਿਉਂਕਿ ਇਹ ਵੋਟਾਂ ਹੁੰਦੀਆਂ ਨੇ ਜਿਨ੍ਹਾਂ ਨੇ ਸਰਕਾਰ ਨੂੰ ਬਣਾਉਣਾ ਜਾਂ ਸਰਕਾਰ ਨੂੰ ਖਤਮ ਕਰਨਾ ਹੁੰਦਾ, ਤਾਂ ਲੋਕ ਵਿਚਾਰੇ ਉਹਨਾਂ ਦੇ ਝਾਸੇ ਵਿੱਚ ਆ ਜਾਂਦੇ ਨੇ। ਪਰ ਅੱਜ ਦੀ ਤਰੀਕ ਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਜਿਸ ਤਰੀਕੇ ਨਾਲ ਇਹ ਸੰਘਰਸ਼, ਇਸ ਅੰਦੋਲਨ ਨੂੰ ਲੜਿਆ, ਇਸ ਅੰਦੋਲਨ ਨੂੰ ਸ਼ੁਰੂ ਕੀਤਾ ਔਰ ਅੰਦੋਲਨ ਨੂੰ ਸ਼ੁਰੂ ਕਰਕੇ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਸਿਖਰ ਤੇ ਪਹੁੰਚਾਇਆ, ਹੁਣ ਇਹ ਗੱਲ ਪੱਕੀ ਆ ਕਿ ਜਿਹੜਾ ਕਿਸਾਨ ਅੰਦੋਲਨ ਹੈ ਇਹਨਾਂ ਰਾਜਨੀਤਿਕ ਲੋਕਾਂ ਦੀਆਂ ਚਾਲਾਂ ਦਾ ਸ਼ਿਕਾਰ ਜਿਹੜਾ ਉਹ ਨਹੀਂ ਹੋਵੇਗਾ। ਹੁਣ ਰਾਜਨੀਤਿਕ ਲੋਕ ਜਿਹੜੇ ਇਹਨਾਂ ਕਿਸਾਨਾਂ ਨੂੰ ਹੁਣ ਥੋੜੀ ਕਿਤੇ ਬੇਵਕੂਫ ਜਿਹੜਾ ਪਾਗਲ ਜਾਂ ਆਪਣੀਆਂ ਗੱਲਾਂ ਦੇ ਵਿੱਚ ਨਹੀਂ ਬੁਲਾ ਸਕਦੇ, ਬੇਵਕੂਫ ਨਹੀਂ ਬਣਾ ਸਕਦੇ, ਕਿਉਂਕਿ 7 ਮਹੀਨੇ ਅੰਦੋਲਨ ਚੱਲਦਾ ਹੋ ਚੱਲੇ ਆ। ਕਿਸਾਨ ਜਥੇਬੰਦੀਆਂ ਨੇ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਆਪਣੀ ਸਾਂਝੀ ਸੰਯੁਕਤ ਮੋਰਚੇ ਦੀ ਸਟੇਜ ਦੇ ਇਲਾਕੇ ਨਹੀਂ ਫਟਕਣ ਦਿੱਤਾ। ਸੰਘਰਸ਼ ਕਿਸਾਨਾਂ ਦਾ ਨਿਰੋਲ ਸੰਘਰਸ਼ ਆ, ਉਹਨਾਂ ਅੰਦਾਜ਼ਿਆਂ ਦਾ ਸੰਘਰਸ਼ ਆ ਜਿਹੜੇ ਆਪਣਾ ਲਹੂ ਪਸੀਨਾ ਖੇਤਾਂ ਵਿੱਚ ਇੱਕ ਕਰਕੇ ਇਸ ਸੰਸਾਰ ਨੂੰ ਰੋਟੀ ਦਿੰਦੇ ਆ। ਤਾਂ ਕਿਸਾਨ ਜਥੇਬੰਦੀਆਂ ਨੂੰ ਪਤਾ ਕਿ ਕਿਹੜਾ ਬੰਦਾ ਉਹਨਾਂ ਨਾਲ ਆ, ਕਿਉਂਕਿ ਜੇਕਰ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹੱਕ ਦੇ ਵਿੱਚ ਜਿਸ ਤਰੀਕੇ ਨਾਲ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਜਾਂ ਕੱਲ੍ਹ ਦੀਆਂ ਲੋਕ ਸਭਾ ਦੇ ਵਿੱਚ ਕਿਸ ਤਰੀਕੇ ਨਾਲ ਮੰਤਰੀ ਨੂੰ ਵਿਖਾਏ ਬੈਨਰ ਜਿਹੜੇ ਬਣਾ ਕੇ ਰੋਸ ਮਾਰਚ ਵਜੇ ਵਿਖਾਏ, ਪਰ ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਔਰ ਰੱਖਣੀ ਪਵੇਗੀ ਕਿ ਉਸ ਜਿਹੜੇ ਤਿੰਨ ਕਾਲੇ ਕਾਨੂੰਨ ਹੋਏ ਸੀ ਉਹਦੇ ਉੱਤੇ ਬੀਬੀ ਹਰਸਿਮਰਤ ਕੌਰ ਦੇ ਵੀ ਦਸਤਖਤ ਸਨ, ਉਹਨਾਂ ਨੇ ਕੀਤੇ। ਔਰ ਕਿਸ ਤਰੀਕੇ ਨਾਲ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਤਿੰਨ ਕਾਲੇ ਕਾਨੂੰਨਾਂ ਦੇ ਹੱਕ ਦੇ ਵਿੱਚ ਕਿਸਾਨਾਂ ਨੂੰ ਸਮਝਾਉਂਦੇ ਰਹੇ ਕਿ ਇਹ ਤਿੰਨ ਕਾਲੇ ਕਾਨੂੰਨ ਜਿਹੜੇ ਨੇ ਇਹ ਤੁਹਾਡੇ ਭਲੇ ਵਾਸਤੇ ਨੇ, ਇਹਨੂੰ ਕੇਵਲ ਕਾਂਗਰਸ ਆਪਣੇ ਬੈਨੀਫਿਟ ਵਾਸਤੇ ਵਰਤਦੀ ਪਈ ਆ। ਤਾਂ ਇੱਕ ਸਮਾਂ ਉਹ ਸੀ ਕਿ ਜਦੋਂ ਇਹ ਤਿੰਨੇ ਜਿਹੜੇ ਅਕਾਲੀ ਦਲ ਦੇ ਥੰਮ ਨੇ, ਇਹਨਾਂ ਨੇ ਜਿਹੜੇ ਕਾਨੂੰਨ ਨੇ ਉਹਨਾਂ ਦੀ ਪ੍ਰੋੜਤਾ ਕੀਤੀ, ਉਹਨਾਂ ਦੀ ਸ਼ਲਾਘਾ ਕੀਤੀ, ਕਿਸਾਨਾਂ ਦੇ ਹੱਕ ਵਿੱਚ ਖਲੋਣ ਦੀ ਬਜਾਏ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਇਹਨਾਂ ਨੂੰ ਰਾਖ ਕਰੋ। ਔਰ ਉਸ ਤੋਂ ਮਗਰੋਂ ਕੀ ਹੋਇਆ, ਜਦੋਂ ਫਿਰ ਲੋਕਾਂ ਦਾ ਦਬਾਅ ਪਿਆ, ਜਦੋਂ ਕਿਸਾਨਾਂ ਦਾ ਪਤਾ ਲੱਗਾ ਜਾਂ ਰਾਜਨੀਤਿਕ ਪਾਰਟੀ ਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਥੂਦ ਹੋਈ, ਤਾਂ ਫਿਰ ਉਸ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਰੀ ਦੀ ਅਵਸਥਾ ਦੇ ਵਿੱਚ ਇੱਕ ਛੋਟੀ ਜਿਹੀ ਮਿਨਿਸਟਰੀ ਜਿਹੜੀ ਉਹਨਾਂ ਨੂੰ ਮਿਲੀ ਸੀ, ਜਿਸ ਕਾਰਨ ਉਹ ਇਹਨਾਂ ਕੁਝ ਝੱਲ ਰਹੀ ਸੀ, ਫਿਰ ਉਹਨਾਂ ਨੇ ਛੱਡਿਆ। ਉਹਨਾਂ ਨੇ ਆਪਣੀ ਮਰਜ਼ੀ ਨਾਲ ਨਹੀਂ ਛੱਡਿਆ, ਇਹ ਗੱਲ ਮੈਂ ਕਲੀਅਰ ਕਰਦਾ, ਇਹ ਛੱਡਿਆ ਉਹਨਾਂ ਨੇ ਆਪਣੀ ਮਰਜ਼ੀ ਨਾਲ। ਜਦੋਂ ਲੋਕਾਂ ਦਾ ਦਬਾਅ ਪਿਆ, ਕਿਸਾਨਾਂ ਦਾ ਦਬਾਅ ਪਿਆ, ਪੰਜਾਬ ਦੇ ਲੋਕਾਂ 'ਚ ਉਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਕਿਰਕਰੀ ਹੋਈ, ਤਾਂ ਮਜਬੂਰੀ ਦੀ ਅਵਸਥਾ 'ਚ ਉਹਨਾਂ ਨੂੰ ਭਾਜਪਾ ਦਾ ਜਿਹੜਾ ਸਾਥ ਛੱਡਣਾ ਪਿਆ। ਔਰ ਇਹੋ ਜਿਹੀਆਂ ਲੋਕ ਜਿਹੜੀਆਂ ਗੱਲਾਂ ਨੇ, ਹੁਣ ਲੋਕ ਪੰਜਾਬ ਦੇ ਲੋਕ ਬੜੀ ਚੰਗੀ ਤਰ੍ਹਾਂ ਜਾਣੂ ਨੇ, ਉਹਨਾਂ ਨੂੰ ਕੋਈ ਚੇਤਾ ਉਹਨਾਂ ਦਾ ਭੁੱਲਿਆ ਨਹੀਂ ਹੈ, ਨਾ ਕਿਸਾਨਾਂ ਦਾ ਨਾ ਪੰਜਾਬ ਦੇ ਲੋਕਾਂ ਦਾ। ਤਾਂ ਜਿਸ ਤਰੀਕੇ ਨਾਲ ਤਾਂ ਫਿਰ ਕਿਸਾਨਾਂ ਦੀ ਗੱਲ ਵੋਟਾਂ ਦੇ ਸਮੇਂ ਵਿੱਚ ਆਉਣ ਵਾਸਤੇ ਇਹੋ ਹੀ ਆ ਕਿ ਲੋਕਾਂ ਨੂੰ ਸ਼ਾਇਦ ਚੇਤਾ ਭੁੱਲ ਗਿਆ, ਲੋਕਾਂ ਨੂੰ ਬੇਵਕੂਫ ਬਣਾਇਆ ਜਾਵੇ। ਉਹੀ ਹਿਸਾਬ ਨਾਲ ਕਾਂਗਰਸ ਦਾ ਹੈਗਾ। ਕਾਂਗਰਸ ਦਾ ਜਿਸ ਤਰੀਕੇ ਨਾਲ 4.5 ਸਾਲ ਦੌਰਾਨ, ਉਹ ਤੁਸੀਂ ਛੱਡ ਦਿਓ ਪਿਛਲੇ 7 ਮਹੀਨਿਆਂ ਦੌਰਾਨ, ਕਿ ਕਾਂਗਰਸ ਨੇ ਕਿੰਨੀ ਕੁ ਕਿਸਾਨਾਂ ਦੀ ਜਾ ਕੇ ਸਾਰ ਲਈ ਹੈ। ਕੋਈ ਕਿਸੇ ਵੀ ਲੀਡਰ ਦਾ, ਕਿਸੇ ਵੀ ਨੇਤਾ ਦਾ, ਕੋਈ ਵੀ ਕਿਸਾਨਾਂ ਦੇ ਹੱਕ 'ਚ ਆ ਕੇ ਕੋਈ ਬਿਆਨ ਆਇਆ ਹੋਵੇ ਕਿਸੇ ਜ਼ਿੰਮੇਵਾਰ ਸ਼ਖਸੀਅਤ ਦਾ, ਤਾਂ ਗੱਲ ਹੋ ਸਕਦੀ ਆ। ਇਹ ਵੀ ਕਾਂਗਰਸ ਵੱਲੋਂ ਜਿਹੜੇ ਇਹ ਬਿਆਨ ਜਿਹੜੇ ਕੈਪਟਨ ਸਰਕਾਰ ਵੱਲੋਂ ਜਿਹੜੇ ਦਿੱਤੇ ਜਾ ਰਹੇ ਨੇ ਕਿ ਹਾਂਜੀ ਇਸ ਤੇ ਇਹ ਵੀ ਰਾਜਨੀਤਿਕ ਤੋਂ ਪ੍ਰੇਰਿਤ ਨੇ। ਕਿਸਾਨਾਂ ਦੀ ਜੇਕਰ ਕਿਸੇ ਨੇ ਵਾਕਿਆ ਸੰਜੀਦਗੀ ਨਾਲ ਕੋਈ ਮਦਦ ਕਰਨੀ ਹੈ, ਤਾਂ ਫਰਜ਼ ਇਹ ਬਣਦਾ ਕਿ ਤੁਸੀਂ ਉਹਨਾਂ ਦੇ ਜਿਹੜੇ ਲੋਕ ਅੰਦਾਤੇ ਜਿਹੜੇ ਪੰਜਾਬ ਦੇ ਨੋ ਫਾਰਮਰ ਨੋ ਫੂਡ, ਅਸੀਂ ਸਲੋਗਨ ਗੱਡੀਆਂ ਤੇ ਤਾਂ ਲਾ ਲਿਆ, ਕਾਰਾਂ ਤੇ ਲਾ ਲਿਆ, ਕਾਲੇ ਝੰਡੇ ਵੀ ਲਾ ਲਏ, ਪਰ ਕਦੀ ਕਿਸੇ ਨੇ ਜਾ ਕੇ ਕਿਸੇ ਰਾਜਨੀਤਿਕ ਨੇਤਾ ਨੇ ਇਸ ਗੱਲ ਨੂੰ ਮੁਕਾਉਣ ਦਾ ਭੂਮਿਕਾ ਨਿਭਾਈ, ਕਿਸੇ ਨੇ ਯਤਨ ਕੀਤਾ, ਕਿਸੇ ਨੇ ਕੀਤਾ। ਸੋ ਬਿਲਕੁਲ ਤੁਹਾਡੀ ਗੱਲ ਕੀ ਦਾ ਕਿ ਇਹ ਕੇਵਲ ਇਹ ਫੋਕੇ ਨਾਰੇ ਨੇ
ਜਿਹੜੇ ਕੇਵਲ ਔਰ ਕੇਵਲ ਵੋਟਾਂ ਦੇ ਸਮੇਂ ਲੋਕਾਂ ਨੂੰ ਰਾਜਨੀਤਿਕ ਪਾਰਟੀਆਂ ਨੂੰ ਯਾਦ ਆਉਂਦੇ ਆ, ਪਰ ਹੁਣ ਰਾਜਨੀਤਿਕ ਪਾਰਟੀਆਂ ਆਪਣਾ ਕੀਤਾ ਆਪ ਭੁਗਤਣਗੀਆਂ, ਕਿਉਂਕਿ ਹੁਣ ਕਿਸਾਨ ਜਿਹੜਾ ਹੁਣ ਏਡਾ ਅਸੀਂ ਨਾ ਸਮਝ ਨਹੀਂ ਆ, ਉਸ ਨੂੰ ਪੂਰਨ ਤੌਰ ਤੇ ਸਮਝ ਆ। ਜੇਕਰ ਕਿਸਾਨ ਅੰਦੋਲਨ ਨੂੰ ਚੱਲਦੇ ਅੱਜ 7 ਮਹੀਨੇ ਹੋ ਚੱਲੇ ਆ ਔਰ ਪੂਰਨ ਤੌਰ ਤੇ ਇੱਕ ਯੋਜਨਾਬੱਧ ਤਰੀਕੇ ਨਾਲ ਚੱਲਦਾ ਪਿਆ, ਤਾਂ ਇਸ ਦੇ ਸਾਫ਼ ਅਰਥ ਇਹ ਨੇ ਕਿ ਹੁਣ ਕਿਸਾਨ ਜਿਹੜੇ ਨੇ ਪੜ੍ਹੇ ਲਿਖੇ ਨੇ, ਸੋਸ਼ਲ ਮੀਡੀਆ ਤੇ ਐਕਟਿਵ ਨੇ ਔਰ ਪਲ ਪਲ ਦੀ ਜਾਣਕਾਰੀ ਰੱਖਦੇ ਨੇ, ਜਿਸ ਕਾਰਨ ਉਹ ਹਰ ਪਾਰਟੀ ਦੀ ਗਤੀਵਿਧੀ ਨੂੰ, ਹਰ ਪਾਰਟੀ ਦੀ ਕਾਰਜਸ਼ੈਲੀ ਨੂੰ ਬਹੁਤ ਕਰੀਬੀ ਤੌਰ ਤੇ ਜਾਣਦੇ ਨੇ। ਖਾਸ ਤੌਰ ਤੇ ਅਣਖੀ ਸਾਹਿਬ, ਤੁਸੀਂ ਸੰਸਦ ਸੈਸ਼ਨ ਦਾ ਜ਼ਿਕਰ ਕੀਤਾ। ਹੁਣ ਜਿਸ ਤਰੀਕੇ ਦੇ ਨਾਲ ਸਾਰੀਆਂ ਸਿਆਸੀ ਪਾਰਟੀਆਂ ਦਾ ਵਿਰੋਧ ਕਰ ਰਹੀਆਂ ਨੇ, ਕਾਲੇ ਕਾਨੂੰਨਾਂ ਦਾ ਹੱਥਾਂ ਦੇ ਵਿੱਚ ਬੋਰਡ ਫੜ ਕੇ ਖੜੇ ਨੇ ਕਿ ਨੋ ਫਾਰਮਰ ਨੋ ਫੂਡ, ਲੋਕਾਂ ਦੇ ਵਿੱਚ ਇਹ ਗੱਲਾਂ ਆਮ ਚੱਲ ਰਹੀਆਂ ਨੇ ਕਿ ਇਹਨਾਂ ਨੂੰ ਕਿਸਾਨਾਂ ਦੀ ਹਿਮਾਇਤ ਘੱਟ, ਆਪਣੇ ਵਿਰੋਧ ਦਾ ਡਰ ਜ਼ਿਆਦਾ ਹੈ। ਬਿਲਕੁਲ ਬਿਲਕੁਲ, ਇਹ ਵਿਰੋਧ ਹੀ ਤਾਂ ਮਤਲਬ ਜੋ ਕੁਝ ਇਹ ਕਿਸਾਨ ਜੋ ਕਰ ਰਹੇ ਨੇ, ਜੋ ਮਤਲਬ ਕਿਸਾਨਾਂ ਦੇ ਹੱਕ ਦੇ ਵਿੱਚ ਜਿਸ ਤਰੀਕੇ ਨਾਲ ਇਹ ਆਪਣਾ ਇੱਕ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਰਹੇ, ਉਹਨਾਂ ਦੇ ਨੰਬਰਦਾਰ ਹੋਣ ਦਾ ਦਾਅਵਾ ਕਰ ਰਹੇ ਨੇ, ਇਹ ਕੇਵਲ ਔਰ ਕੇਵਲ ਇੱਕ ਵਿਖਾਵਾ ਹੈ। ਕਿਉਂਕਿ ਜੇਕਰ ਇਹਨਾਂ ਨੇ ਦਿਲੋਂ ਕਰਦਾ ਹੁੰਦਾ ਤਾਂ ਇਹ ਪ੍ਰਤੀਕਰਮ ਬਹੁਤ ਸਮਾਂ ਪਹਿਲਾਂ ਆ ਗਏ ਹੁੰਦੇ, ਇਹੋ ਜਿਹੀਆਂ ਚੀਜ਼ਾਂ ਬਹੁਤ ਸਮਾਂ ਪਹਿਲਾਂ ਹੋ ਗਈਆਂ ਹੁੰਦੀਆਂ। ਇਹ ਕੇਵਲ ਔਰ ਕੇਵਲ ਵਿਖਾਵੇ ਨੇ। ਜਿਸ ਤਰੀਕੇ ਨਾਲ ਅੱਜ ਦੀ ਜਾਂ ਕੱਲ ਦੀ ਇੱਕ ਖਬਰ ਆ ਰਹੀ ਸੀ ਕਿ ਉਹ ਸੁਖਬੀਰ ਜਾਂ ਵਿਕਰਮ ਮਜੀਠੀਆ ਜਿਹੜਾ ਕਹਿ ਰਿਹਾ ਕਿ ਰਾਹੁਲ ਗਾਂਧੀ ਨੂੰ ਉਹ ਟਰੈਕਟਰ ਤੇ ਕਿਉਂ ਚੜਿਆ, ਜੀਪ ਤੇ ਕਿਉਂ ਚੜਿਆ ਜੀ, ਤੁਸੀਂ ਉਸ ਵਕਤ ਜਦੋਂ ਕਾਲੇ ਕਾਨੂੰਨ ਹੋ ਰਹੇ ਸੀ, ਪਾਸ ਹੋ ਰਹੀ ਸੀ, ਤਾਂ ਉਸ ਵਕਤ ਤੁਸੀਂ ਉੱਥੋਂ ਬਾਹਰ ਕਿਉਂ ਭੱਜ ਗਏ, ਬਾਹਰ ਕਿਉਂ ਚਲੇ ਗਏ। ਚਲੋ ਉਹ ਤਾਂ ਬਾਹਰ ਚਲੇ ਗਏ, ਤਾਂ ਬੰਦਾ ਪੁੱਛਣ ਵਾਲਾ ਤੁਹਾਡਾ ਜਾਂ ਸੁਖਬੀਰ ਸਿੰਘ ਬਾਦਲ ਤੁਹਾਡੇ ਜੀਜਾ ਜੀ ਔਰ ਤੁਹਾਡੀ ਭੈਣ ਜੀ ਨੇ ਸਾਈਨ ਕਿਉਂ ਕੀਤੇ, ਇਹ ਵੀ ਤਾਂ ਪ੍ਰਸ਼ਨ ਬਣਦਾ ਨਾ। ਉਹ ਤਾਂ ਉਸ ਵਕਤ ਅੰਦਰ ਹੀ ਉਹ ਵੀ ਛੱਡ ਕੇ ਤੁਰ ਜਾਂਦੇ, ਪਰ ਸਾਈਨ ਉਹਨਾਂ ਨੇ ਕੀਤੇ। ਸੋ ਇਹ ਕੇਵਲ ਔਰ ਕੇਵਲ ਉਹ ਲੋਕ ਵਿਖਾਵੇ ਨੇ, ਉਹ ਗੱਲਾਂ ਨੇ ਜਿਹੜਾ ਕੇਵਲ ਔਰ ਕੇਵਲ ਲੋਕਾਂ ਨੂੰ ਭਰਮਾਉਂਦੀਆਂ ਨੇ। ਇਹ ਜੇ ਦਿਲੋਂ ਹੀ ਕਹੀਏ, ਦਿਲੋਂ ਕੋਈ ਵੀ ਪਾਰਟੀ ਜਿਹੜੀ ਹੈ ਰਾਜਨੀਤਿਕ ਪਾਰਟੀ ਇਹਨਾਂ ਅੰਨਦਾਤਿਆਂ ਦੇ ਹੱਕ ਵਿੱਚ ਕੋਈ ਨਹੀਂ, ਝੰਡੇ ਲਾ ਕੇ ਜ਼ਰੂਰ ਆਪਣੇ ਆਪ ਨੂੰ ਉਸ ਸ਼੍ਰੇਣੀ 'ਚ ਦਾਖਲ ਹੁੰਦਾ, ਜਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਚੀਚੀ ਵੱਢ ਕੇ ਸ਼ਹੀਦ ਹੋਣ ਦਾ ਭਰਮ ਭਰਨ ਵਾਲੇ ਇਹ ਲੋਕ ਨੇ। ਦਿਲੋਂ ਵਾਲੀ ਜਿਹੜੀ ਆ ਉਹ ਕੋਈ ਗੱਲ ਜਿਹੜੀ ਆ ਉਹ ਨਜ਼ਰ ਨਹੀਂ ਆਉਂਦੀ। ਅਣਖੀ ਸਾਹਿਬ, ਅਗਲੀ ਖਬਰ ਦਾ ਆਪਾਂ ਰੁਕ ਕਰੀਏ ਤਾਂ ਜਿਹੜੇ SC ਸਕਾਲਰਸ਼ਿਪ ਘੁਟਾਲਾ, ਜਿਸ ਦੇ ਵਿੱਚ ਲਗਾਤਾਰ ਸਾਧੂ ਸਿੰਘ ਧਰਮਸੋਤ ਦਾ ਵਿਰੋਧ ਹੋ ਰਿਹਾ, ਉਸ ਮਾਮਲੇ ਦੇ ਵਿੱਚ ਹਾਲਾਂਕਿ ਸਰਕਾਰ ਦੇ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਜਿਸ ਦੇ ਵਿੱਚ ਧਰਮਸੋਤ ਨੂੰ ਕਲੀਨ ਚਿੱਟ ਮਿਲ ਗਈ ਸੀ, ਪਰ ਹੁਣ ਇਸ ਮਾਮਲੇ ਦੀ CBI ਦੇ ਵੱਲੋਂ ਜਾਂਚ ਕਰਨ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਦਾ ਬਿਆਨ ਹੈ ਕਿ ਜਾਂਚ ਕਰਨ ਤੋਂ ਪਹਿਲਾਂ ਸਾਡੀ ਪਰਮਿਸ਼ਨ ਲੈਣੀ ਜ਼ਰੂਰੀ ਹੈ। ਕਿ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਜਿਹੜਾ ਸਾਧੂ ਸਿੰਘ ਧਰਮਸੋਤ ਨੂੰ ਬਚਾਉਣ ਦੀ ਪੰਜਾਬ ਸਰਕਾਰ ਕੋਸ਼ਿਸ਼ ਕਰ ਰਹੀ ਹੈ? ਦੇਖੋ ਸੁਖਵੀਰ, ਸਾਧੂ ਸਿੰਘ ਧਰਮਸੋਤ ਨੂੰ ਜਿਹੜਾ ਕਾਰਨਾਮਾ ਕੀਤਾ ਗਿਆ, ਬੇਸ਼ੱਕ ਉਹਦੀ ਸਰਕਾਰੀ ਪੱਧਰ ਤੇ ਕੋਈ ਰਿਪੋਰਟ ਆਈ ਹੈ ਜਾਂ ਨਹੀਂ ਆਈ, ਉਸ ਰਿਪੋਰਟ ਦੀ ਆਪਾਂ ਗੱਲ ਪਹਿਲਾਂ ਛੱਡ ਦਈਏ। ਜਿਸ ਤਰੀਕੇ ਨਾਲ ਸਾਧੂ ਸਿੰਘ ਧਰਮਸੋਤ ਨੂੰ ਇੱਕ ਘਪਲਾ ਕਥਿਤ ਤੌਰ ਤੇ ਕੀਤਾ ਗਿਆ ਔਰ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਜਿਹੜੀ ਆ ਸਾਧੂ ਸਿੰਘ ਧਰਮ ਦੀ ਥੂ ਥੂ ਹੋਈ, ਔਰ ਉਸ ਤੋਂ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਤਰੀਕੇ ਨਾਲ ਬਿਨਾਂ ਕੋਈ ਜਾਂਚ ਕੀਤਿਆਂ ਕਲੀਨ ਚਿੱਟ ਜਿਹੜੀ ਧਰਮਸੋਤ ਨੂੰ ਦਿੱਤੀ, ਸਭ ਤੋਂ ਦੁੱਖ ਦੀ ਗੱਲ ਉਹ ਆ। ਕਿਉਂਕਿ ਅਸੀਂ ਉਦੋਂ ਵੀ ਗੱਲ ਕੀਤੀ ਕਿ ਰਾਤੀ ਵੀ ਗੱਲ ਕੀਤੀ ਕਿ ਇਸ ਵਜੀਫੇ ਨਾਲ ਕਈਆਂ ਲੋਕਾਂ ਦੀਆਂ ਪੜ੍ਹਾਈਆਂ ਚੱਲਦੀਆਂ, ਕਈਆਂ ਲੋਕਾਂ ਦੇ ਰੁਜ਼ਗਾਰ ਚੱਲਦੇ ਨੇ, ਬੜਾ ਕੁਝ ਚੱਲਦਾ। ਪਰ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਧਰਮਸੋਤ ਨੂੰ ਕਲੀਨ ਚਿੱਟ ਦੇ ਕੇ ਚਲੋ ਉਹਨੂੰ ਬਚਾ ਤੇ ਲਿਆ, ਪਰ ਜਿਹੜਾ ਇੱਕ ਦਾਗ ਜਿਹੜੇ ਨੇ ਸਾਧੂ ਸਿੰਘ ਧਰਮਸੋਤ ਨਾਲ ਲੱਗੇ, ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਵੀ ਉਹਨਾਂ ਉੱਤੇ ਵੀ ਲੱਗੇ, ਉਹਨਾਂ ਦੀ ਚਾਦਰ ਵੀ ਜਿਹੜੀ ਮੈਲੀ ਹੋ ਗਈ, ਉਹਨਾਂ ਨੇ ਸਾਥ ਜਿਹੜਾ ਨਹੀਂ ਦਿੱਤਾ। ਚਲੋ ਨਹੀਂ ਦਿੱਤਾ ਤਾਂ ਬਾਰ-ਬਾਰ ਮੰਤਰੀਆਂ ਵੱਲੋਂ ਵੀ ਕਿਹਾ ਗਿਆ, ਪਰ ਹੁਣ ਜਿਸ ਤਰੀਕੇ ਨਾਲ ਇਹ ਮਾਮਲਾ ਜਿਹੜਾ CBI ਚੋਂ ਪਹੁੰਚਿਆ ਔਰ CBI ਇਸ ਮੁੱਦੇ ਨੂੰ ਬੜੀ ਗੰਭੀਰਤਾ ਨਾਲ ਲੈ ਰਹੀ ਹੈ, ਇਸ ਗੰਭੀਰਤਾ ਨੂੰ ਲੈ ਕੇ ਇਸ ਮੁੱਦੇ ਨੂੰ ਵਿਚਾਰਨ ਦੇ ਮੂਡ 'ਚ, ਔਰ ਉਸ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਫਿਰ ਇਹ ਬਿਆਨ ਆ ਜਾਣਾ ਕਿ CBI ਸਾਡੇ ਕੋਲ ਪਹਿਲਾਂ ਇਜਾਜ਼ਤ ਲਵੇ ਫਿਰ ਅਸੀਂ ਪ੍ਰਵਾਨਗੀ ਦੇਵਾਂਗੇ। ਤਾਂ ਇਸ ਤੋਂ ਤਾਂ ਫਿਰ ਜਿਹੜੀ ਨੀਅਤ ਹੈ ਕੈਪਟਨ ਸਰਕਾਰ ਦੀ ਉਹ ਸਾਫ਼ ਔਰ ਸਪਸ਼ਟ ਸਾਹਮਣੇ ਆ ਜਾਂਦੀ ਹੈ ਕਿ ਉਹ ਕਿਸੇ ਵੀ ਸੂਰਤ 'ਚ ਸਾਧੂ ਸਿੰਘ ਧਰਮਸੋਤ ਨੂੰ ਇਸ ਸਾਰੇ ਮਾਮਲੇ ਦੇ ਵਿੱਚ ਦੋਸ਼ੀ ਹੋਣ ਤੋਂ ਬਚਾ ਰਹੀ ਹੈ। ਅੰਕਿਤ ਸਾਹਿਬ, ਸਵਾਲ ਤਾਂ ਇੱਥੇ ਵੀ ਖੜਾ ਹੁੰਦਾ ਨਾ ਕਿ ਜੇਕਰ ਤੁਹਾਡਾ ਮੰਤਰੀ, ਕੈਬਨਿਟ ਮੰਤਰੀ ਜਿਹੜਾ ਸਾਧੂ ਸਿੰਘ ਧਰਮਸੋਤ ਨਿਰਦੋਸ਼ ਹੈ, ਤਾਂ ਫਿਰ CBI ਦੀ ਜਾਂਚ ਤੋਂ ਡਰਦੇ ਕਿਉਂ ਇਹਨਾਂ ਤੁਸੀਂ? ਬਿਲਕੁਲ ਬਿਲਕੁਲ ਬਿਲਕੁਲ, ਚਾਹੀਦਾ ਤੇ ਇਹੋ ਮੈਂ ਇਸੇ ਪਾਸੇ ਹੋਵਾਂਗਾ ਕਿ ਜੇ ਤੁਸੀਂ ਵਾਕਿਆ ਹੀ ਸਾਫ਼ ਤੇ ਸੁਥਰਾ ਪ੍ਰਸ਼ਾਸਨ ਦੇਣ ਦਾ ਦਾਅਵਾ ਕਰਦੇ ਜੀ ਤਾਂ ਠੀਕ ਆ, CBI ਛੱਡ ਕੇ ਕੋਈ ਇੰਟੈਲੀਜੈਂਸ ਬਿਊਰੋ ਕੋਲੋਂ ਭਾਈ ਕੋਈ CIA ਕੋਈ ਵੀ ਏਜੰਸੀ ਆ ਜੇ ਤਾਂ ਫਿਰ ਉਸਦੀ ਜਾਂਚ ਹੋਣੀ ਚਾਹੀਦੀ, ਤਾਂ ਫਿਰ ਤੁਹਾਨੂੰ ਡਰ ਹੀ ਨਹੀਂ। ਡਰ ਜਿਸ ਤਰੀਕੇ ਨਾਲ ਅਸੀਂ ਕਹਿੰਦੇ ਨਾ ਕਿ ਬੰਦਾ ਨਹੀਂ ਕੰਬਦਾ, ਬੰਦੇ ਦੇ ਪਾਪ ਕੰਬਦੇ, ਤਾਂ ਇੱਥੇ ਜਦੋਂ ਪਾਪ ਕੰਬਣੇ ਨੇ ਤਾਂ ਪਾਪ ਤਾਂ ਫਿਰ ਜੇਕਰ ਸਾਧੂ ਸਿੰਘ ਧਰਮਸੋਤ ਤੱਕ ਜਿਹੜੀ ਉਹ ਪਾਪ ਕੰਬਣ ਦੀ ਜਿਹੜੀ ਸਥਿਤੀ ਪਹੁੰਚਦੀ ਹੈ ਤਾਂ ਫਿਰ ਛਿੱਟੇ ਜਿਹੜੇ ਨੇ ਉਹਦੇ ਉਹ
ਕੈਪਟਨ ਅਮਰਿੰਦਰ ਸਿੰਘ ਹੋਣਾ ਤੱਕ ਵੀ ਜਾ ਕੇ ਪਹੁੰਚਦੇ ਨੇ, ਉੱਥੋਂ ਤੱਕ ਵੀ ਗੱਲ ਹੁੰਦੀ ਹੈ। ਤਾਂ ਪਾਪੀ ਨਹੀਂ, ਪਾਪ ਕੰਮਦਾ ਬੰਦੇ ਦਾ, ਮਤਲਬ ਜਦੋਂ ਅਸੀਂ ਕਹਿੰਦੇ ਨਾ ਕਿ ਬੰਦਾ ਨਹੀਂ ਕੰਮਦਾ, ਬੰਦੇ ਦੇ ਪਾਪ ਕੰਮਦੇ, ਤਾਂ ਉਹ ਪਾਪ ਜਦੋਂ ਹੁਣ ਕੰਮਣੇ ਸ਼ੁਰੂ ਹੋ ਗਏ, ਜੇਕਰ ਤੁਸੀਂ ਇੰਨੇ ਸੱਚੇ ਹੋ ਸੋਚੇ ਜੇ ਤਾਂ ਫਿਰ ਹੋਣ ਦੋ ਜਾਂਚ। ਜੇਕਰ ਸਾਧੂ ਸਿੰਘ ਧਰਮਸੋਤ ਨੂੰ ਤੁਸੀਂ ਆਪਣੇ ਪੱਧਰ ਤੇ ਕਲੀਨ ਚਿੱਟ ਦੇਤੀ ਤਾਂ ਸੀਬੀਆਈ ਧੱਕੇ ਨਾਲ ਥੋੜਾ ਉਹਨੂੰ ਇਸ ਮਸਲਿਆਂ ਦੇ ਵਿੱਚ ਉਲਝਾੜੇਗੀ, ਪਰ ਨਹੀਂ, ਕਿਉਂਕਿ ਪਤਾ ਹੈ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਵੀ ਕਿ ਕਿਸ ਤਰੀਕੇ ਦੇ ਨਾਲ ਸਾਧੂ ਸਿੰਘ ਧਰਮਸੋਤ ਵੱਲੋਂ ਵਜ਼ੀਫਿਆਂ ਦੇ ਵਿੱਚ ਕਥਿਤ ਤੌਰ ਤੇ ਘਪਲੇਬਾਜ਼ੀ ਕੀਤੀ ਗਈ। ਤੇ ਜੇ ਕਥਿਤ ਤੌਰ ਤੇ ਨਹੀਂ ਹੋਈ ਤਾਂ ਫਿਰ ਠੀਕ ਹੈ, ਜਾਂਚ ਹੋਣ ਤੋਂ ਫਿਰ ਇਤਰਾਜ਼ ਕੋਈ ਨਹੀਂ। ਪਰ ਤੁਹਾਨੂੰ ਮੈਂ ਸੁਖਵੀਰ ਇੱਕ ਗੱਲ ਦੱਸ ਦਵਾਂ ਕਿ ਇਹ ਜਿਹੜਾ ਵਜ਼ੀਫਾ ਘਟਾਲਾ ਸਾਧੂ ਸਿੰਘ ਧਰਮ ਦੇ ਮਗਰੋਂ ਧਰਮਸੋਤ ਤੋਂ ਮਗਰੋਂ ਲੱਥਣ ਵਾਲਾ ਨਹੀਂ ਹੈ। ਇਹ ਜਿਹੜਾ ਜਿਵੇਂ ਆ, ਬੇਸ਼ੱਕ ਸਰਕਾਰ ਪੰਜਾਬ 'ਚ ਕਾਂਗਰਸ ਦੀ ਆਵੇ ਜਾਂ ਨਾ ਆਵੇ, ਇਸ ਦਾ ਜਿਹੜਾ ਹਿਸਾਬ ਆ ਸਾਧੂ ਸਿੰਘ ਧਰਮਸੋਤ ਉਹਨਾਂ ਨੂੰ ਇੱਕ ਨਾ ਇੱਕ ਦਿਨ ਦੇਣਾ ਜਿਹੜਾ ਜ਼ਰੂਰ ਪਏਗਾ। ਔਰ ਕੈਪਟਨ ਸਰਕਾਰ ਦੀ ਜਿਸ ਤਰੀਕੇ ਦੀ ਨੀਅਤ ਮਨਸ਼ਾ ਜਿਹੜੀ ਹੈ ਉਹ ਪ੍ਰਗਟ ਹੋ ਰਹੀ ਹੈ, ਉਹਦੇ ਤੋਂ ਹੋਰ ਸ਼ੱਕ ਜਿਹੜੇ ਪੈਦਾ ਹੁੰਦੇ ਨੇ ਕਿ ਸਾਧੂ ਸਿੰਘ ਧਰਮਸੋਤ ਨੂੰ ਪੱਧਰ ਤੇ ਬਚਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਜੀ ਅਣਖੀ ਸਾਹਿਬ, ਮੇਰਾ ਆਖਰੀ ਸਵਾਲ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਕਾਂਗਰਸ ਹੁਣ 2022 ਦੇ ਚੱਲਦਿਆਂ ਦਲਿਤ ਕਾਰਡ ਖੇਡ ਰਹੀ ਹੈ, ਹਿੰਦੂ ਕਾਰਡ ਖੇਡ ਰਹੀ ਹੈ, ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਹੁਣ ਦਲਿਤ ਕਾਰਡ ਤੋਂ ਬਾਅਦ ਹਿੰਦੂ ਕਾਰਡ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਵੇਂ ਦੇਖਦੇ ਹੋ ਕਿ ਜੇਕਰ ਇਹ ਦਲਿਤ ਕਾਰਡ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜਾ ਹਿੰਦੂ ਕਾਰਡ ਖੇਡਿਆ ਜਾ ਰਿਹਾ, ਕਿ ਇਸ ਦੇ ਨਾਲ ਕਾਂਗਰਸ ਨੂੰ ਅਕਾਲੀ ਦਲ ਟੱਕਰ ਦੇ ਸਕਦੀ ਹੈ? ਸੁਖਬੀਰ, ਬੜਾ ਵਧੀਆ ਪ੍ਰਸ਼ਨ ਜਿਹੜਾ ਉਹ ਕੀਤਾ। ਐਕਚੁਅਲੀ ਅਗਰ ਵੇਖਿਆ ਜਾਵੇ ਤਾਂ ਕੈਪਟਨ ਅਮਰਿੰਦਰ ਸਿੰਘ ਹੋਣਾ ਵੱਲੋਂ ਜਿਹੜਾ ਹਿੰਦੂ ਕਾਰਡ ਸੁੱਟਿਆ ਗਿਆ ਸੀ, ਉਹ ਕੇਵਲ ਨਵਜੋਤ ਸਿੱਧੂ ਦੇ ਰਸਤਾ ਡੱਕਣ ਪ੍ਰਧਾਨਗੀ ਪਦ ਤੱਕ ਨਾ ਪਹੁੰਚਣਾ ਸੀ। ਔਰ ਉਹਦੇ ਵਿੱਚ ਉਹਨਾਂ ਨੇ ਬਟਾਲਾ ਤੋਂ ਇੱਕ ਵਿਧਾਨ ਸਭਾ ਹਲਕਾ ਬਟਾਲਾ ਹੈਗਾ ਮਾਝੇ ਦੇ ਵਿੱਚੋਂ, ਉਹਦੇ ਵਿੱਚੋਂ 2-3 ਵਾਰ ਦੇ ਮੰਤਰੀ ਰਹਿ ਚੁੱਕੇ ਅਸ਼ਵਨੀ ਸੇਖੜੀ ਪਿਛਲੀ ਚੋਣਾਂ ਜੋ ਹਾਰ ਗਏ ਜਦੋਂ ਕਾਂਗਰਸ ਦੀ ਹਨੇਰੀ ਚੱਲਦੀ ਪਈ, ਤਾਂ ਉਹਦੇ ਵਿੱਚ ਉਹਨਾਂ ਨੂੰ ਹਲਕਾ ਇੰਚਾਰਜ ਸੀ ਤੇ ਉਹ ਉੱਥੇ ਪਤਾ ਲੱਗਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲ ਜਾ ਰਹੇ ਆ। ਉਹ ਕਿਉਂਕਿ ਉਸ ਹਲਕੇ 'ਚ ਤਰਜਿੰਦਰ ਸਿੰਘ ਬਾਜਵੇ ਦੀ ਬੜੀ ਦਖਲਅੰਦਾਜ਼ੀ ਸੀ ਜਾਂ ਉਹਦਾ ਬੜਾ ਚੱਲਦਾ ਵਿਕਾਸ ਦੀ ਗੱਲਬਾਤ ਉਹ ਕਰਦੇ ਰਹੇ ਜਾਂ ਬਰੂਨ ਸੀ। ਤਾਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਉਹ ਪਤਾ ਨਹੀਂ ਕਿਸ ਤਰੀਕੇ ਨਾਲ ਉਸ ਮੁੱਦੇ ਨੂੰ ਖੜਾ ਕੀਤਾ ਔਰ ਇੱਕ ਹਿੰਦੂ ਵਰਗ ਦੀ ਗੱਲ ਜਿਹੜੀ ਉੱਠੀ ਔਰ ਬਕਾਇਦਾ ਤੌਰ ਤੇ ਅਸ਼ਵਨੀ ਸੇਠੀ ਨੇ ਇਹ ਕਹਿ ਕੇ ਹਿੰਦੂ ਵਰਗ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ, ਕਾਂਗਰਸ ਦੇ ਵਿੱਚ ਪਿੱਛੇ ਕੀਤਾ ਜਾ ਰਿਹਾ, ਇਹ ਕੀਤਾ ਜਾ ਰਿਹਾ, ਉਹ ਕੀਤਾ ਜਾ ਰਿਹਾ। ਚਲੋ, ਤਾਂ ਉਹ ਇੱਕ ਵੱਖਰਾ ਇਸ਼ੂ ਆ। ਤਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਬਕਾਇਦਾ ਪਤਾ ਹੋਏਗਾ ਸਾਰੇ ਦਰਸ਼ਕਾਂ ਨੂੰ ਸਾਡੇ ਨੂੰ ਵੀ ਕਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਬਕਾਇਦਾ ਪੰਜਾਬ ਦੇ ਜਿਹੜੇ ਸਰਗਰਮ ਜਾਂ ਕਾਂਗਰਸ ਦੇ ਸਰਗਰਮ ਹਿੰਦੂ ਜਿਹੜੇ ਵਰਗ ਨਾਲ ਸੰਬੰਧਨ ਨੁਮਾਇੰਦਗੀ ਕਰਨ ਵਾਲੇ ਨੇਤਾ ਸਾਹਿਬ ਉਹਨਾਂ ਨੂੰ ਸੱਦੇ ਆ। ਈਵਨ ਕਿ ਉਹਨਾਂ ਨੂੰ ਦਿੱਲੀ ਵੀ ਖੜਿਆ ਜਦੋਂ ਸੂਬਾ ਕਾਂਗਰਸ ਪ੍ਰਧਾਨ ਦੀ ਗੱਲਬਾਤ ਹੋਣੀ ਸੀ। ਇਹ 2-3 ਲੀਡਰ ਜਿਹੜੇ ਆਪਣੇ ਆਪ ਨੂੰ ਅਸੀਂ ਕਹਿ ਸਕਦੇ ਕਿ ਹਿੰਦੂ ਧਰਮ ਦੀ ਅਗਵਾਈ ਕਰਨ ਵਾਲੇ ਜਾਂ ਹਿੰਦੂ ਧਰਮ ਦਾ ਕਾਰਡ ਖੇਡਣ ਵਾਲੇ ਉਹ ਨਾ ਕੇ, ਚਲੋ ਉਹ ਪਾਰਟੀ ਦਾ ਆਪਣਾ ਮਸਲਾ ਹੈਗਾ। ਹੁਣ ਕੀ ਹੈ ਕਿ ਦੂਸਰੇ ਬੰਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਹੁਣ ਪੰਥਕ ਜਿਹੜਾ ਏਜੰਡਾ ਸੀ ਉਹ ਤੋਂ ਸਾਈਡ ਤੇ ਹੋ ਕੇ ਦੂਜੇ ਪਾਸੇ ਚੱਲਦਾ ਪਿਆ ਕਿ ਕਿਸੇ ਤਰੀਕੇ ਨਾਲ ਅਸੀਂ ਵੀ ਜਿਹੜੇ ਹਿੰਦੂ ਨੇ ਸਰਗਰਮ ਜਿਹੜੇ ਲੀਡਰ ਨੇ ਜਿਹੜੀਆਂ ਦੂਜੀਆਂ ਪਾਰਟੀਆਂ ਤੋਂ ਨੇ ਤਾਂ ਉਹਨਾਂ ਨੂੰ ਨਾਲ ਲੈ ਕੇ ਜਿਸ ਤਰੀਕੇ ਨਾਲ ਪਾਰਟੀਆਂ ਨੂੰ ਤਾਂ ਛੱਡੋ, ਉਹਨਾਂ ਨੇ ਵੀ ਜਿਸ ਤਰ੍ਹਾਂ NK ਸ਼ਰਮਾ ਜਾਂ ਇਹੋ ਜਿਹੇ ਬੰਦਿਆਂ ਨੂੰ ਖਜਾਨ ਚ ਮਤਲਬ ਬਣਾਇਆ। ਹੁਣ ਇੱਕ ਜਿਹੜੀ ਹੋਰ ਸਾਨੂੰ ਸੂਤਰਾਂ ਤੋਂ ਜਿਹੜੀ ਜਾਣਕਾਰੀ ਮਿਲੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੀ ਬਿਲਕੁਲ ਇਸੇ ਏਜੰਡੇ ਦੇ ਕੰਮ ਉਸਨੇ ਕਰਨਾ ਸ਼ੁਰੂ ਕਰਤਾ, ਕਿਉਂਕਿ ਜਿਸ ਤਰ੍ਹਾਂ ਅਸ਼ਵਨੀ ਸੇਠੀ ਵੱਲੋਂ ਇਹ ਗੱਲ ਸੀ ਕਿ ਸ਼੍ਰੋਮਣੀ ਅਕਾਲੀ ਦਲ ਅਸ਼ਵਨੀ ਸੇਠੀ ਨੂੰ ਆਪਣੇ ਗਰੁੱਪ 'ਚ ਲੈ ਰਹੇ ਸਨ ਜਾਂ ਅਸ਼ਵਨੀ ਸੇਠੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਿਹਾ ਸੀ। ਪਰ ਚਲੋ ਡਾਕਟਰ ਰਾਜਕੁਮਾਰ ਵੇਰਕਾ ਜਾਂ ਹੋਰ ਇਹਨਾਂ ਦੇ ਯਤਨਾਂ ਨਾਲ ਉਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪਲੈਨਿੰਗ ਉਹ ਸਿਰੇ ਨਹੀਂ ਪਹੁੰਚੀ, ਸਿਰੇ ਨਹੀਂ ਚੜੀ। ਤਾਂ ਹੁਣ ਜਿਹੜੀ ਸੂਤਰਾਂ ਤੋਂ ਮਿਲੀ ਜਾਣਕਾਰੀ ਹੈ ਉਹਦੇ ਅਨੁਸਾਰ ਹੈ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਅਨਲ ਜੋਸ਼ੀ ਨੇ, ਜਿਹੜੇ ਭਾਰਤੀ ਕਿਸਾਨਾਂ ਦੇ ਹੱਕ 'ਚ ਜਿਨ੍ਹਾਂ ਨੇ ਗੱਲ ਕੀਤੀ, ਤਾਂ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਵਿਖਾਤਾ। ਹੁਣ ਇਹ ਪਤਾ ਲੱਗਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ, ਹਾਲਾਂਕਿ ਜੋਸ਼ੀ ਔਰ ਸੁਖਬੀਰ ਬਿਕਰਮਜੀਤ ਸਿੰਘ ਮਜੀਠੀਆ ਦਾ ਕੇਸ ਸਮੇਂ ਬਹੁਤ ਜਿਹੜਾ ਵੈਰ ਜਿਹੜਾ ਅਸੀਂ ਕਹਿ ਸਕਦੇ, ਮੇਰੇ ਮੂੰਹ ਕੁਝ ਹੋਰ ਸ਼ਬਦ ਲੱਗੇ ਸਾਨੂੰ ਨਿਕਲਣ, ਬੜਾ ਉਹਨਾਂ ਦਾ ਆਪਸੀ ਵੈਰ ਹੈ। ਪਰ ਜਿਸ ਤਰ੍ਹਾਂ ਰਾਜਨੀਤਿਕ ਵਿੱਚ ਕੋਈ ਰਾਜਨੀਤਿਕ ਜੀਵਨ 'ਚ ਕੋਈ ਪੱਕਾ ਸਾਥੀ ਜਾਂ ਪੱਕਾ ਦੁਸ਼ਮਣ ਜਾਂ ਕੋਈ ਦੋਸਤ ਨਹੀਂ ਹੁੰਦਾ, ਤਾਂ ਉਸੇ ਤਰੀਕੇ ਨਾਲ ਹੁਣ ਪਤਾ ਲੱਗਾ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਆ ਉਹਨਾਂ ਜੋਸ਼ੀ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਵਾ ਸਕਦੀ ਹੈ। ਔਰ ਅਕਾਲੀ ਦਲ ਵਿੱਚ ਸ਼ਾਮਲ ਕਰਾ ਕੇ ਬਕਾਇਦਾ ਤੌਰ ਤੇ ਮਤਲਬ ਇਹ ਵੀ ਪਤਾ ਲੱਗਾ ਕਿ ਅਨਲ ਜੋਸ਼ੀ ਅਕਾਲੀ ਦਲ 'ਚ ਸ਼ਾਮਲ ਹੋਣਾ ਚਾਹੁੰਦਾ ਤੇ ਪੁਰਾਣੇ ਹੀ ਆਪਣੇ ਵਿਧਾਨ ਸਭਾ ਹਲਕੇ ਤੋਂ ਉਹ ਚੋਣ ਲੜਦੇ ਇਛੁਕ ਨੇ। ਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਗੱਲ ਜਿਹੜੀ ਉਹ ਸੀਟ ਅਨਲ ਜੋਸ਼ੀ ਵਾਲੀ ਉਹ ਜਿਹੜੀ ਆ ਉਹ ਬਸਪਾ ਨੂੰ ਦੇ ਦਿੱਤੀ ਗਈ ਹੈ, ਬਸਪਾ ਦੇ ਕੋਟੇ 'ਚ ਦੇ ਦਿੱਤੀ ਗਈ। ਤਾਂ ਹੁਣ ਪਤਾ ਲੱਗਾ ਜੋ ਸੂਤਰਾਂ ਤੋਂ ਜਾਣਕਾਰੀ ਸਾਨੂੰ ਮਿਲੀ ਹੈ ਕਿ ਅਨਲ ਜੋਸ਼ੀ ਜਿਹੜੀ ਹੈ ਬਟਾਲੇ ਤੋਂ, ਜੇਕਰ ਅਸ਼ਵਨੀ ਸੇਖੜੀ ਹਿੰਦੂ ਲੀਡਰ ਵਜੋਂ ਕਾਂਗਰਸ ਉਹਨਾਂ ਨੂੰ ਟਿਕਟ ਦਿੰਦੀ ਹੈ ਤਾਂ ਅਨਲ ਜੋਸ਼ੀ ਨੂੰ ਸ਼੍ਰੋਮਣੀ ਅਕਾਲੀ ਦਲ ਆਪਣੇ ਹਿੰਦੂ ਕੈਂਡੀਡੇਟ ਵਜੋਂ ਪੇਸ਼
ਕਰ ਸਕਦਾ ਜਾਂ ਟਿਕਟ ਜਿਹੜੀ ਦੇ ਸਕਦਾ। ਇਹ ਅਜੇ ਜਿਸ ਤਰੀਕੇ ਨਾਲ ਸੰਭਾਵਨਾਵਾਂ ਜਾਂ ਮਤਲਬ ਕਨਸੂਆਂ ਜਿਹੜੀਆਂ ਨੇ ਸੂਤਰਾਂ ਤੋਂ ਜਿਹੜੀ ਸਾਨੂੰ ਜਾਣਕਾਰੀ ਮਿਲੀ ਹੈ ਉਹਦੇ ਅਨੁਸਾਰ। ਅਤੇ ਜੇਕਰ ਬਟਾਲੇ 'ਚ ਇਹੋ ਜਿਹਾ ਟੱਕਰ ਜਿਹੜੀ ਹੈ, ਇੱਕ ਹਿੰਦੂ ਲੀਡਰ ਜਿਹੜਾ ਅਸ਼ਵਨੀ ਸੇਖੀ ਆਪਣੇ ਆਪ ਤੋਂ, ਹਾਲਾਂਕਿ ਕਾਂਗਰਸ ਪਾਰਟੀ ਇੱਕ ਸੈਕੂਲਰ ਪਾਰਟੀ ਹੈ, ਪਰ ਅਸ਼ਵਨੀ ਸੇਖੀ ਨੂੰ ਜਿਹੜਾ ਕਾਰਡ ਸੁੱਟਿਆ ਗਿਆ ਉਹ ਕਾਰਡ ਕੁਝ ਹੋਰ ਤਰ੍ਹਾਂ ਦਾ ਸੀ। ਤਾਂ ਜੇਕਰ ਸ਼੍ਰੋਮਣੀ ਅਕਾਲੀ ਦਲ ਉਹਦੇ ਮੁਕਾਬਲੇ ਅਨੰਤ ਜੋਸ਼ੀ ਨੂੰ ਲਿਆ ਕੇ ਇੱਕ ਲੀਡਰ ਖੜਾ ਕਰ ਦਿੰਦੇ ਤਾਂ ਟੱਕਰ ਜਿਹੜੀ ਹੈ ਬੜੀ ਦਿਲਚਸਪ ਜਿਹੜੀ ਸਥਿਤੀ ਜਿਹੜੀ ਬਣ ਸਕਦੀ ਹੈ। ਇਹ ਕੇਵਲ ਬਟਾਲਾ ਵਿਧਾਨ ਸਭਾ ਹਲਕੇ 'ਚ ਨਹੀਂ ਹੋਏਗਾ, ਇਹ ਬਾਕੀ ਹਲਕਿਆਂ 'ਚ ਵੀ ਜਿੱਥੇ ਜਿੱਥੇ ਕਾਂਗਰਸ ਵੱਲੋਂ ਜਿਹੜੇ ਹਿੰਦੂ ਕਾਰਡ ਜਾਂ ਹਿੰਦੂ ਵਰਗ ਨਾਲ ਸੰਬੰਧਿਤ ਜਿਹੜੇ ਲੀਡਰ ਪੇਸ਼ ਕੀਤੇ ਜਾਣਗੇ, ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪਲੈਨਿੰਗ ਹੈ, ਯੋਜਨਾ ਜਿਹੜੀ ਹੈ, ਉਹ ਵੀ ਇਸੇ ਤਰੀਕੇ ਦੀ ਕਿ ਉਹਨਾਂ ਦੇ ਮੁਕਾਬਲੇ ਉਹਨਾਂ ਸੀਟਾਂ ਤੇ ਉਹੋ ਜਿਹੇ ਹੀ ਉਮੀਦਵਾਰ ਜਿਹੜੇ ਖੜੇ ਕੀਤੇ ਜਾਣ ਜਿਹੜੇ ਉਹਨਾਂ ਨੂੰ ਟੱਕਰ ਦੇ ਸਕਣ। ਸੋ ਪਰ ਇਹ ਜਿਹੜਾ ਰੁਝਾਨ ਹੈ ਸੁਖਬੀਰ, ਇਹ ਰੁਝਾਨ ਬੜਾ ਖਤਰਨਾਕ ਆ, ਕਿਉਂਕਿ ਇਹ ਕਾਂਗਰਸ ਵਾਸਤੇ ਵੀ, ਸ਼੍ਰੋਮਣੀ ਅਕਾਲੀ ਦਲ ਵਾਸਤੇ ਵੀ, ਕਿਉਂਕਿ ਪੋਲਰਾਈਜੇਸ਼ਨ ਜਿਹੜੀ ਹੈ ਬੇਸ਼ੱਕ ਨੈਸ਼ਨਲ ਪੱਧਰ ਤੇ ਜਾਂ ਕਿਤੇ ਵੀ ਹਮੇਸ਼ਾ ਹੁੰਦੀ ਹੈ, ਪਰ ਇਹਦੇ ਨਾਲ ਜਿਹੜੀਆਂ ਇਹ ਦੋਵੇਂ ਪਾਰਟੀਆਂ ਨੇ ਇਹਨਾਂ ਦੀ ਦੇਖ ਨੂੰ ਭਾੜਾ ਧੱਕਾ ਲੱਗ ਸਕਦਾ, ਕਿਉਂਕਿ ਕਾਂਗਰਸ ਪਾਰਟੀ ਦੀ ਜਿਹੜੀ ਇਮੇਜ ਰਹੀ ਹਮੇਸ਼ਾ ਸੈਕੂਲਰ ਇਮੇਜ ਰਹੀ, ਤਾਂ ਨਿਰਪੱਖ ਇਮੇਜ ਰਹੀ ਹੈ। ਇਹ ਕੁਝ ਸਮੇਂ ਵਿੱਚ ਕੁਝ ਲੀਡਰਾਂ ਨੇ ਆਪਣੇ ਨਿੱਜੀ ਮੁਫਾਦ ਵਾਸਤੇ, ਕਿਉਂਕਿ ਜਿਹੜੇ ਹਾਸ਼ੀਏ ਤੋਂ ਬਾਹਰ ਗਏ ਸੀ, ਹਾਸ਼ੀਏ ਤੇ ਆਉਣ ਕਰਕੇ ਆਪਣੀ ਇਮੇਜ ਨੂੰ ਦੁਬਾਰਾ ਸਥਾਪਿਤ ਕਰਨ ਵਾਸਤੇ ਜੋ ਇਹੋ ਜਿਹਾ ਕਾਰਡ ਖੇਡੇਗਾ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੀ ਇਹਨਾਂ ਰਾਵਾਂ ਤੇ ਤੁਰ ਪਏ ਤਾਂ ਸ਼ਾਇਦ ਫਿਰ ਦੋਵਾਂ ਪਾਰਟੀਆਂ ਦਾ ਜਿਹੜਾ ਹਸ਼ਰ ਹੋਵੇਗਾ ਉਹ ਬਹੁਤ ਮਾੜਾ ਹੋਵੇਗਾ। ਜੀ ਤਾਂ ਪ੍ਰੋਫੈਸਰ ਸਾਹਿਬ, ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਜੀ, ਤਾਂ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ, ਜਿਨ੍ਹਾਂ ਨੇ ਇਹਨਾਂ ਤਮਾਮ ਖਬਰਾਂ ਦੇ ਉੱਪਰ ਆਪਣੇ ਕੀਮਤੀ ਵਿਚਾਰ ਦਿੱਤੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹਨਾਂ ਦੇ ਵਿਚਾਰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।